ਹੈਲੋ ਸਾਰੇ ਭੈਣ ਭਰਾਵਾਂ ਨੂੰ ਬਹੁਤ ਹੀ ਪਿਆਰ ਭਰੀ ਜੈ ਮਸੀਹ ਦੀ। ਮੈਂ ਆਸ ਕਰਦੀ ਕਿ ਤੁਸੀਂ ਪਰਮੇਸ਼ਵਰ ਜੀ ਦੇ ਅਨੁਗ੍ਰਹਿ ਦੇ ਨਾਲ ਰਾਜੀ ਖੁਸ਼ ਹੋਵੋਗੇ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ, ਤੇ ਖੁਸ਼ ਹੋਵੋਗੇ ਆਪਣੀ ਲਾਈਫ ਦੇ ਵਿੱਚ। ਪਰਮੇਸ਼ਵਰ ਕਿਰਪਾ ਕਰਨ ਕਿ ਤੁਸੀਂ ਸਦਾ ਹੀ ਖੁਸ਼ ਰਹੋ। ਤੇ ਅੱਜ ਆਪਾਂ ਐਂਡ ਟਾਈਮ ਟੀਚਿੰਗ ਦਾ ਪਾਰਟ 2 ਲੈ ਕੇ ਆਏ ਹਾਂ। ਇਹ ਪਾਰਟ ਥੋੜਾ ਯੂਨੀਕ ਆ, ਡਿਫਰੈਂਟ ਆ, ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿਣਾ ਆ, ਪਰ ਅੱਜ ਆਪਾਂ ਗੱਲਾਂ ਤਾਂ ਕਰਾਂਗੇ ਪਰ ਭੇਤਾਂ ਦੇ ਵਿੱਚ ਕਰਾਂਗੇ। ਜਿਹੜੀਆਂ ਗੱਲਾਂ ਅੱਜ ਕੀਤੀਆਂ ਜਾਣਗੀਆਂ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਉਹ ਜ਼ਰੂਰ ਅੰਡਰਸਟੈਂਡ ਕਰ ਲਓਗੇ। ਹਾਲਾਂਕਿ ਉਹ ਗੱਲਾਂ ਜੋ ਕੀਤੀਆਂ ਜਾਣਗੀਆਂ ਉਹ ਨਹੀਂ ਹੋਣਗੀਆਂ ਜੋ ਤੁਹਾਨੂੰ ਸਮਝ ਦੇ ਵਿੱਚ ਆਉਣਗੀਆਂ, ਪਰ ਮੈਂ ਇਹ ਜਾਣਦੀ ਹਾਂ ਕਿ ਜੋ ਤੁਹਾਨੂੰ ਸਮਝ ਵਿੱਚ ਆਉਣਗੀਆਂ, ਜਿਹੜੀਆਂ ਕੀਤੀਆਂ ਜਾਣਗੀਆਂ, ਉਹਨਾਂ ਦਾ ਮਤਲਬ ਬਿਲਕੁਲ ਉਹੀ ਹੋਏਗਾ। ਤਾਂ ਮੈਂ ਪ੍ਰਭੂ ਦੇ ਆਤਮਾ ਦੀ ਮਦਦ ਮੰਗਦੀ ਹਾਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚੋਂ ਕਿ ਪਾਕ ਰੂਹ ਸਾਡੀ ਮਦਦ ਕਰੇ ਕਿ ਉਹ ਦ੍ਰਿਸ਼ਟਾਂਤ, ਉਹ ਗੱਲਾਂ ਜਿਨ੍ਹਾਂ ਸ਼ਬਦਾਂ ਦੇ ਨਾਲ ਕੀਤੀਆਂ ਜਾਣ, ਪ੍ਰਭੂ ਸੁਣਨ ਵਾਲਿਆਂ ਦੇ ਮਨਾਂ ਤੇ ਚਾਨਣ ਪਾਉਣ ਤੇ ਉਹਨਾਂ ਦੇ ਆਤਮਿਕ ਕੰਨਾਂ ਨੂੰ ਖੋਲ ਦੇਣ, ਤਾਂ ਜੋ ਐਗਜ਼ੈਕਟਲੀ ਉਦਾਂ ਹੀ ਸਮਝ ਆ ਸਕਣ ਜਿੱਦਾਂ ਉਹ ਹੋਣ ਜਾ ਰਹੀਆਂ ਤੇ ਜਿੱਦਾਂ ਉਹ ਵਾਪਰ ਰਹੀਆਂ ਆ। ਯਿਸੂ ਮਸੀਹ ਜੀ ਦੇ ਨਾਮ 'ਚ ਆਮੀਨ। ਸਭ ਤੋਂ ਪਹਿਲਾਂ ਤਾਂ ਮੈਂ ਦੋ ਕੁ ਚੀਜ਼ਾਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਕਾਫੀ ਦਿਨਾਂ ਤੋਂ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕਰ ਰਹੀ ਸੀਗੀ, ਜਦੋਂ ਵੀ ਮੈਂ ਪ੍ਰਾਰਥਨਾ ਕਰਦੀ ਹਾਂ ਤਾਂ ਮੇਰੀ ਪ੍ਰਾਰਥਨਾ ਦੇ ਵਿੱਚ ਇੱਕ ਪ੍ਰਾਰਥਨਾ ਮੇਰੇ ਤੋਂ ਪਰਮੇਸ਼ਵਰ ਦਾ ਰੂਹ ਕਰਵਾ ਰਿਹਾ ਆ ਕਿਸੇ ਰੇਲ ਹਾਦਸੇ ਦੇ ਬਾਰੇ ਦੇ ਵਿੱਚ, ਕਿ ਕੋਈ ਬਹੁਤ ਵੱਡਾ ਰੇਲ ਹਾਦਸਾ ਹੋਣ ਵਾਲਾ ਆ ਔਰ ਉਹਦੇ ਵਿਸ਼ੇ ਵਿੱਚ ਪ੍ਰਾਰਥਨਾ ਕੀਤੀ ਜਾਵੇ। ਤੇ ਜਦੋਂ ਕੁਝ ਇਹੋ ਜਿਹਾ ਹੋਣ ਵਾਲਾ ਹੁੰਦਾ ਤੇ ਉਹ ਕਿਸੇ ਇੱਕ ਦੇ ਉੱਤੇ ਨਹੀਂ ਪ੍ਰਗਟ ਕੀਤਾ ਜਾਂਦਾ, ਪਰਮੇਸ਼ਵਰ ਦੋ ਚਾਰ ਹੋਰ ਲੋਕਾਂ ਦੇ ਉੱਤੇ ਵੀ ਪ੍ਰਗਟ ਕਰਦੇ ਆ। ਅਗਰ ਤੁਹਾਡੇ ਵਿੱਚੋਂ ਕਿਸੇ ਹੋਰ ਦੇ ਉੱਤੇ ਇਹ ਚੀਜ਼ ਪ੍ਰਗਟ ਹੋਈ ਜਾਂ ਇਹਦੇ ਨਾਲ ਮਿਲਦੀ ਜੁਲਦੀ ਕੁਛ ਹੋਈ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ, ਪਰ ਪ੍ਰਾਰਥਨਾ ਜ਼ਰੂਰ ਕਰਦੇ ਰਹੋ ਇਸ ਚੀਜ਼ ਦੇ ਬਾਰੇ ਵਿੱਚ ਕਿ ਮੈਨੂੰ ਸਮਝ ਦੇ ਵਿੱਚ ਨਹੀਂ ਆਇਆ ਕਿ ਕਿਹੋ ਜਿਹੀ ਦੁਰਘਟਨਾ ਹੋਣ ਜਾ ਰਹੀ ਆ ਜਾਂ ਕੀ ਹੋਣ ਵਾਲਾ, ਪਰ ਹਾਂ ਇੱਕ ਚੀਜ਼ ਕਨਫਰਮ ਆ ਕਿ ਉਹ ਰੇਲ ਹਾਦਸਾ ਆ ਔਰ ਇੱਕ ਵੱਡਾ ਰੇਲ ਹਾਦਸਾ ਆ। ਪ੍ਰਭੂ ਕਿਰਪਾ ਕਰਨ ਕਿ ਲੋਕ ਬਚਾਏ ਜਾਣ ਤੇ ਪ੍ਰਭੂ ਜੀ ਕਿਰਪਾ ਕਰਨ ਕਿ ਉਹ ਹਾਦਸਾ ਟਲ ਜਾਏ। ਤਾਂ ਮੇਰੇ ਭੈਣ ਭਰਾ ਜਿਹੜੇ ਵੀ ਟ੍ਰੇਨਸ ਦੇ ਵਿੱਚ ਟਰੈਵਲ ਕਰਦੇ ਆ, ਪਲੀਜ਼ ਪ੍ਰਾਰਥਨਾ ਕੀਤੀ ਦੇ ਬਿਨਾਂ ਤੁਸੀਂ ਆਪਣੀ ਬਾਈਕ ਦੇ ਉੱਤੇ ਟਰੈਵਲ ਵੀ ਨਾ ਕਰਿਆ ਕਰੋ। ਕਿਧਰੇ ਵੀ ਘਰੋਂ ਜਾਂਦੇ ਆ, ਈਵਨ ਘਰ ਦੇ ਵਿੱਚ ਵੀ ਰਹਿੰਦੇ, ਤਾਂ ਆਪਣੀ ਪ੍ਰੋਟੈਕਸ਼ਨ ਜ਼ਰੂਰ ਪਰਮੇਸ਼ਵਰ ਜੀ ਦੇ ਕੋਲੋਂ ਲਿਆ ਕਰੋ। ਆਪਾਂ ਨੂੰ ਹਰ ਵੇਲੇ ਪਰਮੇਸ਼ਵਰ ਜੀ ਦੀ ਸੁਰੱਖਿਆ ਦੀ ਜ਼ਰੂਰਤ ਆ ਤੇ ਆਪਾਂ ਨੂੰ ਹਰ ਵੇਲੇ ਚਾਹੀਦਾ ਕਿ ਪਰਮੇਸ਼ਵਰ ਦੀ ਸੁਰੱਖਿਆ ਜਿਹੜੀ ਆ ਉਹਦੇ ਵਿੱਚ ਆਪਾਂ ਰਹੀਏ। ਤਾਂ ਜਦੋਂ ਵੀ ਘਰੋਂ ਨਿਕਲਣਾ ਵਿਸ਼ੇਸ਼ ਤੌਰ ਤੇ ਤਾਂ ਜ਼ਰੂਰ ਕਿਹਾ ਕਰੋ ਕਿ ਪ੍ਰਭੂ ਅਸੀਂ ਹੱਸਦੇ ਖੇਡਦੇ ਚੱਲੇ ਆ ਤੇ ਹੱਸਦੇ ਖੇਡਦੇ ਵਾਪਸ ਆਈਏ ਆਪਣੇ ਪਰਿਵਾਰਾਂ ਦੇ ਵਿੱਚ। ਬਾਕੀ ਤੇ ਪ੍ਰਭੂ ਜੀ ਦੀ ਮਰਜ਼ੀ ਆ, ਉਹ ਜਾਣਦੇ ਆ ਕਿ ਸਾਡੇ ਜੀਵਨ ਦੀਆਂ ਯੋਜਨਾਵਾਂ ਕੀ ਆ, ਪਰ ਮੈਂ ਇਹ ਪ੍ਰਾਰਥਨਾ ਕਰਦੀ ਆ ਕਿ ਸਭ ਸੁਖ ਸ਼ਾਂਤੀ ਰਹੇ। ਤੇ ਹੋਰ ਵੀ ਕੁਝ ਬਹੁਤ ਭਿਆਨਕ ਚੀਜ਼ਾਂ ਜਿਹੜੀਆਂ ਆ ਉਹ ਹੋਣ ਵਾਲੀਆਂ ਆ ਅਤੇ ਹੋ ਰਹੀਆਂ ਆ। ਕਈ ਵਾਰੀ ਆਪਾਂ ਦੱਸਣਾ ਚਾਹੁੰਦੇ ਹੁੰਦੇ ਆ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ, ਪਰ ਸੇਫ ਵਰਡਸ ਨਹੀਂ ਮਿਲਦੇ ਜਿਹੜੇ ਤੁਹਾਨੂੰ ਪ੍ਰੋਟੈਕਟ ਕਰ ਸਕਦੇ ਹੋਣ।
पर मैं थोड़े ਜਿਹੇ शब्दां ਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਫੀਲ ਕੀਤੀ ਮੈਂ ਉਹਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੀ। आई एम वेरी श्योर कि सिर्फ मैं नहीं फील की, होर भी बहुत सारे ने फील की होगी। पर करीब करीब पिछले 1-1.5 महीने तो इदा महसूस किया कि तुसी समझण दी कोशिश करना, मैं गल तो उही दसांगी पर शब्द तुसी फड़ लियो। जिद्दां एक बंदे ने खाद वाला झोला पाया होवे ते वो खाद दा छट्टा दे रहा है और वो जिहड़ा रसायन जिहदा वो छट्टा दे रहा उहदे नाल बहुत वड्डी जिहड़ी तबाही आ वो हो रही है। ये बीत चुके समय का कोई इहदे नाल लैन देन नहीं है। एक मैं करंट सिचुएशन की गल कर रही हूँ, अज दे दिन की गल कर रही हूँ, एक्सक्यूज मी, अज दे हालात दी। मैनू इदां ही लगा, सगों रोज लगदा कि जिन्ने तां ਉਹ ਖਾਦ ਦਾ ਛੱਟਾ ਦੇਣ ਵਾਲਾ ਬੰਦਾ ਦਿਹਾੜੀ ਤੇ ਲਿਆਂਦਾ, ਉਹਦਾ ਮਾਲਕ ਵੀ ਉਹਨੂੰ ਜਾਣਦਾ ਔਰ ਉਹ ਬੰਦਾ ਵੀ ਆਪਣੇ ਕੰਮ ਨੂੰ ਜਾਣਦਾ ਕਿ ਉਹ ਕੀ ਕਰ ਰਿਹਾ ਆ। ਪਰ ਕਈ ਵਾਰੀ ਤੁਹਾਨੂੰ ਪਤਾ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਿੱਦਾਂ ਆਪਾਂ ਵੀ ਖੇਤ ਬੀਜਦੇ ਆ, ਵਾਈ ਜੋਤੀ ਕਰਦੇ ਆ, ਤੇ ਜੇ ਆਪਾਂ फर्ज रख लो आप सब्जियां ही बीजियां तो जे आप स्प्रे करिए तो आप अपने परिवार नूं, अपने टब्बर नूं, अपने आंढ गुआंढ नूं कहने भी अज ना सब्जी तोड़ियो, इत्ते स्प्रे कीती आ, अज ना साग तोड़ियो, इत्ते स्प्रे कीती आ, जां आपां कहने आ भी इधर नूं ना जाओ, इधर दवाई पाई आ, बाहर ना निकलियो, इत्थे दवाई पाई आ, किसी न्याणे नूं चढ़ ना जाए, किसी दा नुकसान ना हो जाए। पर वो जिहड़ा खाद पाउण वाला बंदा आ वो किसी नूं कुछ भी नहीं दस रहा। ते जिहड़ी गल कीती जा रही आ ये फलां सब्जियां नूं दवाई पाउण दी भी नहीं आ। इदां कह लो जिद्दां कोई खुले मैदान दे विच छट्टा दे रहा आ, उत्थे ना आलू, ना गाजरा, ना गोभी, पर उत्थे इंसान है। ते ओहदा जिहड़ा साइड इफेक्ट आ वो एक भयानक सिर दर्द आ। शुरुआती लक्षण कह सकते हैं। एक भयानक सिर दर्द आ, एक भयानक पेट दर्द आ। ਜਿਹੜੇ ਤਾਂ बहुत स्ट्रोंग आ उन्हां दा इत्थे कंट्रोल हो जाता है, पर ਜਿਹੜੇ थोड़े जे कमजोर आ उन्हां ते असर थोड़ा जिहा ज़्यादा हो रहा। उन्हां नूं बुखार बहुत चढ़ रहा, 103, 104, 102, बहुत ज़्यादा बुखार चढ़ रहा। पर प्रभु जी का धन्नवाद कि फिर वो ठीक हो रहे हैं। मैं तुहानूं फिर तो दस रही हाँ कि इनू मैं वायरस दे नाल नहीं जोड़ रही,
ਪਰ ਇਹ ਹੋ ਰਿਹਾ ਆ। ਇਹਦੀਆਂ ਤਾਰਾਂ ਕਿਤੇ ਤਾਂ ਜਾ ਕੇ ਜੁੜਨਗੀਆਂ। ਹਾਲੇ ਤਾਂ ਫਿਲਮ ਸ਼ੁਰੂ ਹੋਈ ਆ। ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਰੇਲ ਰੇਲ ਦੁਰਘਟਨਾ, ਉਹਦੇ ਲਈ ਬਹੁਤ ਫੋਰਸਫੁਲੀ ਮਨ ਵਿੱਚ ਆਉਂਦਾ ਕਿ ਪ੍ਰਾਰਥਨਾ ਕੀਤੀ ਜਾਏ ਕਿ ਪਤਾ ਨਹੀਂ ਕੀ ਇਹੋ ਜਿਹਾ ਹੋਣ ਵਾਲਾ। ਦੂਜਾ ਇਹ ਜੋ ਮੈਂ ਤੁਹਾਨੂੰ ਦੱਸਿਆ। ਤੀਜਾ, ਜੇ ਆਪਾਂ ਨਿਆਣੇ ਤੋਂ ਕੋਈ ਕੰਮ ਕਰਾਉਣਾ ਹੋਵੇ ਤੇ ਆਪਾਂ ਨਿਆਣੇ ਨੂੰ ਨਾ ਕਈ ਤਰ੍ਹਾਂ ਦਾ, ਜਾਂ ਤਾਂ ਆਪਾਂ ਉਹਨੂੰ ਲਾਲਚ ਦਿੰਨੇ ਆ ਤੇ ਜਾਂ ਫਿਰ ਆਪਾਂ ਉਹਨੂੰ ਡਰ ਪਾ ਦਿੰਨੇ ਆ। ਪਹਿਲਾਂ ਤੁਹਾਨੂੰ ਫਰਜ਼ ਕਰੋ ਕਿ ਅੱਜ ਆਪਾਂ ਭੇਤਾਂ ਦੇ ਵਿੱਚ ਗੱਲਾਂ ਕਰ ਰਹੇ ਹਾਂ, ਇਸ ਗੱਲ ਨੂੰ ਚੇਤੇ ਰੱਖਣਾ। ਔਰ ਤੁਹਾਡੇ ਲਈ ਵੀਡੀਓ ਬਹੁਤ ਇੰਟਰਸਟਿੰਗ ਹੋਊਗੀ ਕਿਉਂਕਿ ਹਰ ਬੰਦਾ ਆਪਣੇ ਵਿਊ ਦੇ ਨਾਲ ਸੋਚੂਗਾ। ਪਰ ਜੋ ਤੁਸੀਂ ਸੋਚਿਆ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਉਹਦਾ ਮੈਸੇਜ ਦਿਓ ਤੇ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਿਓ ਕਿ ਉਹ ਇਹਦੇ ਬਾਰੇ ਵਿੱਚ ਕੀ ਸੋਚ ਰਹੇ ਆ, ਕੀ ਇਹਦਾ ਅਸਰ ਕੱਢ ਰਹੇ ਆ। ਤੇ ਤੁਹਾਡੇ ਕਮੈਂਟਸ ਤੋਂ ਹੀ ਮੈਨੂੰ ਪਤਾ ਲੱਗਣਾ ਕਿ ਇਹ ਕਿੰਨੀ ਕੁ ਜਿਹੜੀ ਹੈ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹ ਕਾਮਯਾਬ ਹੋ ਸਕੀ ਆ ਮੈਂ ਉਹਦੇ ਵਿੱਚ। ਅਦਰਵਾਈਜ਼ ਕੁਛ ਵੀ ਕਰਕੇ ਜ਼ਰੂਰ ਪਰਮੇਸ਼ਵਰ ਦਾ ਆਤਮਾ ਆਪਣੀ ਦਾਸੀ ਦੇ ਉੱਤੇ ਪ੍ਰਗਟ ਕਰੂਗਾ ਕੋਈ ਹੋਰ ਰਾਹ ਵੀ ਕਿ ਪਰਮੇਸ਼ਵਰ ਦੇ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ। ਫਰਜ਼ ਕਰੋ ਕਿ ਆਪਣਾ ਨਿਆਣਾ ਆ ਤੇ ਉਹਦੇ ਕੋਲੇ ਪੈਸੇ ਆ, ਥੋੜੇ ਵੀ ਹੋ ਸਕਦੇ, ਜ਼ਿਆਦਾ ਵੀ ਹੋ ਸਕਦੇ। ਤੇ ਹੁਣ ਆਪਾਂ ਉਸ ਨਿਆਣੇ ਨੂੰ ਕਿਹਾ ਵੀ ਮੈਨੂੰ ਆਪਣੇ ਪੈਸੇ ਦੇ ਦੇ, ਤੇ ਉਹ ਕਹਿੰਦਾ ਨਹੀਂ ਜੀ ਮੈਂ ਕਿਉਂ ਤੁਹਾਨੂੰ ਦੇਵਾਂ, ਇਹ ਤਾਂ ਮੇਰੇ ਆ, ਇਹ ਤਾਂ ਮਾਸੀ ਨੇ ਮੈਨੂੰ ਦਿੱਤੇ ਆ, ਇਹ ਤਾਂ ਮਾਮਾ ਦੇ ਕੇ ਗਿਆ ਸੀ, ਇਹ ਤਾਂ ਮੇਰੇ ਬਾਬਾ ਜੀ ਨੇ ਦਿੱਤੇ ਆ, ਮੇਰੇ ਬੀਬੀ ਜੀ ਨੇ ਦਿੱਤੇ ਆ, ਮੇਰੇ ਤਾਇਆ ਜੀ ਨੇ ਜਾਂ ਚਾਚਾ ਜੀ ਨੇ, ਜਾਂ ਕੁਝ ਵੀ ਕਹਿ ਲਓ, ਇਹ ਤਾਂ ਮੈਨੂੰ ਗਿਫਟ ਮਿਲੇ ਆ, ਜਾਂ ਇਹ ਤਾਂ ਮੈਂ ਅਰਨ ਕੀਤੇ ਆ, ਕੁਝ ਵੀ ਜਿੱਦਾਂ ਵੀ ਉਹਦੇ ਕੋਲ ਆਏ। ਤਾਂ ਹੁਣ ਤੁਸੀਂ ਹੋਰ ਸਕੀਮ ਲਾਉਣ ਲੱਗ ਗਏ ਕਿ ਉਹ ਪੈਸੇ ਕਿੱਦਾਂ ਲੈਣੇ ਉਹਦੇ ਕੋਲੋਂ। ਹੁਣ ਤੁਸੀਂ ਉਹਨੂੰ ਕਹਿੰਨੇ ਪੁੱਤ ਇਹ ਪੈਸੇ ਮੈਨੂੰ ਦੇ ਦੇ, ਜਦੋਂ ਤੂੰ ਮੇਰੇ ਨਾਲ ਸ਼ਹਿਰ ਨੂੰ ਜਾਊਂਗਾ ਮੈਂ ਤੈਨੂੰ ਚੀਜ਼ੀ ਲੈ ਦੂੰ, ਜਦੋਂ ਤੂੰ ਮੇਰੇ ਨਾਲ ਸ਼ਹਿਰ ਨੂੰ ਜਾਏਗਾ ਮੈਂ ਤੈਨੂੰ ਝੱਗਾ ਲੈ ਦੂੰ, ਜਾਂ ਤੈਨੂੰ ਖੇਡ ਲੈ ਦੂੰ, ਜੋ ਵੀ ਲੈਣਾ। ਜੇ ਤਾਂ ਉਹ ਮੰਨ ਗਿਆ ਤੇ ਬੜੀਆਂ ਮੌਜਾਂ ਆ ਆਪਣੀਆਂ, ਵੀ ਪਿਆਰ ਨਾਲ ਗੱਲ ਬਣ ਗਈ। ਪਰ ਜੇ ਉਹ ਨਾ ਮੰਨੇ ਤੇ ਫਿਰ ਪੈਸੇ ਉਰੇ ਫੜਾ, ਨਹੀਂ ਤੇ ਮੈਂ ਤੇਰੇ ਜੁੱਤੀ ਬਹੁਤ ਫੇਰੂ। ਇਹ ਕੁਛ ਹੁੰਦਾ ਨਾ ਪੰਜਾਬੀ ਫੈਮਿਲੀਜ਼ 'ਚ, ਤਾਂ ਇਹੀ ਕੁਛ ਹੁੰਦਾ। ਇਹ ਕੁਛ ਹੋ ਰਿਹਾ ਆ। ਇੰਨੇ ਨਿਆਣੇ ਨਾ ਬਣਿਓ ਤੁਸੀਂ ਕਿ ਤੁਸੀਂ ਕਿਤੇ ਇਸ ਲਾਲਚ ਨਾਲ ਵੀ ਤੇਰੇ ਪੈਸੇ ਗਵਾਚ ਨਾ ਜਾਣ ਤੇ ਮੈਂ ਤੈਨੂੰ ਚੀਜ਼ੀ ਲੈ ਦੂੰ। ਮੈਨੂੰ ਪਤਾ ਤੁਸੀਂ ਇੰਨੇ ਬੱਚੇ ਨਹੀਂ ਆ, ਪਰ ਕਈ ਵਾਰੀ ਇਨਸਾਨ ਬਣ ਜਾਂਦਾ ਆ। ਪਰ
ਕਿਤੇ ਨਾ ਕਿਤੇ ਇਦਾਂ ਵੀ ਸੋਚ ਆਉਂਦੀ ਆ, ਕਿਤੇ ਸਾਂਭਿਆਂ ਸਾਂਭਿਆਂ ਹੀ ਉਹ ਮਿੱਟੀ ਨਾ ਹੋ ਜਾਣ ਤੇ ਮੁੜ ਕੇ ਕੁਛ ਵੀ ਨਾ ਬਣੇ। ਸੋ ਇਹਨਾਂ ਕੰਮਾਂ ਦੇ ਵਿੱਚ ਆਪਾਂ ਨੂੰ ਪ੍ਰਭੂ ਦੀ ਬਹੁਤ ਮਦਦ ਚਾਹੀਦੀ ਹੋਊਗੀ ਕਿ ਅਸੀਂ ਇਹਨਾਂ ਨੂੰ ਸਹੀ ਤਰੀਕੇ ਨਾਲ ਸਮਝ ਸਕੀਏ, ਸਹੀ ਤਰੀਕੇ ਨਾਲ ਬੁੱਝ ਸਕੀਏ। ਤੁਸੀਂ ਸੋਚਦੇ ਹੋਵੋਗੇ ਇਹ ਐਂਡ ਟਾਈਮ ਟੀਚਿੰਗ ਦੇ ਵਿੱਚ ਕਿਉਂ ਦੱਸਿਆ ਜਾ ਰਿਹਾ ਆ? ਕਿਉਂਕਿ ਅਸੀਂ ਐਂਡ ਟਾਈਮ ਦੇ ਵਿੱਚ ਆ, ਇਹ ਚੀਜ਼ਾਂ ਐਂਡ ਟਾਈਮ ਦੇ ਵਿੱਚ ਹੋ ਰਹੀਆਂ ਆ। ਔਰ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਜਿਹਦੇ ਕੰਨ ਆ ਉਹ ਸੁਣੇ ਕਿ ਆਤਮਾ ਕਲੀਸਿਆ ਨੂੰ ਕੀ ਕਹਿ ਰਿਹਾ ਆ। ਹਾਲੇਲੂਇਆ। ਇੱਕ ਮੈਨੂੰ ਗੱਲ ਯਾਦ ਆ ਗਈ ਤੇ ਇਹ ਗੱਲ ਤੁਹਾਡੇ ਸਮਝਣ ਦੀ ਆ ਤੇ ਇਹ ਜਿਹੜੀ ਗੱਲ ਆ ਉਹ ਆਪਣੇ ਸਾਰਿਆਂ ਦੇ ਚੇਤੇ ਰੱਖਣ ਦੀ ਵੀ ਆ। ਤੁਸੀਂ ਕਿੱਦਾਂ ਸਮਝਣਾ ਹੈ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਆ। ਪਰ ਮੈਂ ਤੁਹਾਨੂੰ ਸੱਚੀ ਘਟਨਾ ਦੱਸਣ ਲੱਗੀ ਆ ਔਰ ਸੱਚ ਹੀ ਹੋ ਰਹੀ ਆ ਹੁਣ ਵੀ। ਮੇਰੀ ਛੋਟੀ ਬੇਟੀ ਇੱਕ ਵਾਰੀ ਬਿਮਾਰ ਹੋਈ ਤੇ ਅਸੀਂ ਉਹਨੂੰ ਹਸਪੀਟਲ ਨੂੰ ਲੈ ਕੇ ਗਏ। ਮੇਰੇ ਖਿਆਲ 'ਚ ਉਦੋਂ ਉਹ 2 ਸਾਲਾਂ ਦੀ ਸੀਗੀ ਮਸੀਂ, ਤੇ ਅਸੀਂ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਉੱਥੇ ਇੱਕ ਹੋਰ ਬੱਚੇ ਨੂੰ ਲੈ ਕੇ ਆਏ ਜਿਹਦੇ ਸੱਟ ਲੱਗੀ ਸੀਗੀ ਤੇ ਉਹ ਪੱਟੀ ਨਹੀਂ ਕਰਾਉਂਦਾ ਸੀਗਾ ਬੱਚਾ। ਬਲੀਡਿੰਗ ਹੋ ਰਹੀ ਸੀ ਤੇ ਪੱਟੀ ਨਹੀਂ ਕਰਾਉਂਦਾ ਸੀਗਾ। ਔਰ ਦਰਦ ਨਾਲ ਉਸ ਬੱਚੇ ਨੂੰ ਬੁਖਾਰ ਵੀ ਚੜਿਆ ਸੀਗਾ। ਪਰ ਡਾਕਟਰ ਇੰਨੇ ਸਮਾਰਟ, ਰੀਅਲੀ ਬਈ ਸਲੂਟ ਆ ਉਹਨਾਂ ਨੂੰ। ਉਹਨਾਂ ਨੇ ਬਥੇਰੀਆਂ ਸਕੀਮਾਂ ਲਾਈਆਂ ਤੇ ਉਹ ਮੰਨੇ ਹੀ ਨਾ। ਨਿਆਣਾ ਹੋਣਾ ਤੇ ਮਹੀਂ 5 ਸਾਲਾਂ ਦਾ ਆ, ਪਰ ਉਹ ਮੰਨੇ ਨਾ। ਤੇ ਮੈਂ ਵੀ ਬੜੇ ਗੌਰ ਨਾਲ ਦੇਖ ਰਹੀ ਸੀ ਵੀ ਹੁਣ ਇਹ ਕੀ ਕਰਨਗੇ, ਕਿੱਦਾਂ ਕਰਨਗੇ, ਕਿਉਂਕਿ ਆਪਾਂ ਬਾਹਲੇ ਘਰਾਂ ਦੇ ਵਿੱਚ ਆਪਾਂ ਸਭ ਬੱਚਿਆਂ ਵਾਲੇ ਹੀ ਆ ਤੇ ਬੱਚਿਆਂ ਨੂੰ ਦਵਾਈਆਂ ਦੇਣ ਲਈ ਮਾਂ ਨੂੰ ਬੜੀਆਂ ਸਕੀਮਾਂ ਦੀ ਜ਼ਰੂਰਤ ਹੁੰਦੀ ਆ। ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਦੀ। ਜਦੋਂ ਮੇਰੀ ਵੱਡੀ ਬੇਟੀ ਛੋਟੀ ਸੀਗੀ, ਸਲੋਮੀ, ਤੇ ਜਦੋਂ ਉਹਨੇ ਦੰਦਾਂ ਦਾੜਾਂ ਤੇ ਸੀਗੀ, ਉਹ ਟੀਥਿੰਗ ਦੇ ਉੱਤੇ ਸੀਗੀ, ਤੇ ਉਹਨੂੰ ਕਦੀ ਖੰਘ ਹੋ ਜਾਣੀ, ਕਦੀ ਜ਼ੁਕਾਮ ਹੋ ਜਾਣਾ, ਕਦੀ ਬੁਖਾਰ ਹੋ ਜਾਣਾ। ਮੋਸਟਲੀ ਬੱਚਿਆਂ ਨੂੰ ਹੁੰਦਾ, ਕਿਸੇ ਨੂੰ ਕਨਸਟੀਪੇਸ਼ਨ ਹੋ ਜਾਂਦੀ, ਕਿਸੇ ਨੂੰ ਲੂਜ਼ ਮੋਸ਼ਨ ਹੋ ਜਾਂਦੇ, ਕਿਸੇ ਨੂੰ ਫੀਵਰ। ਇੱਕ ਨੈਚੁਰਲ ਸਾਈਨ ਆ, ਬੱਚਾ ਜਦੋਂ ਟੀਥਿੰਗ ਤੇ ਹੁੰਦਾ ਤੇ ਇਦਾਂ ਹੁੰਦਾ ਹੀ ਆ। ਤੇ ਉਹਨੂੰ ਦਵਾਈ ਦੀ ਜਦੋਂ ਜ਼ਰੂਰਤ ਪੈਣੀ ਉਹਨੂੰ ਦਵਾਈ ਦੇਣੀ ਤੇ ਉਹਨੇ ਦਵਾਈ ਨਾ ਲੈਣੀ ਤੇ ਬੜੇ ਨਖਰੇ ਕਰਨੇ ਪੈਣੇ ਉਹਦੇ ਨਾਲ, ਕਦੀ ਕੁਛ ਕਰੋ ਤੇ ਕਦੀ ਕੁਛ ਕਰੋ। ਤੇ ਮੈਂ ਕੀ ਕਰਨਾ ਵੀ ਮੈਂ ਉਹਨੂੰ ਖੇਡੇ ਪਾ ਕੇ ਤੇ ਮੈਂ ਉਹਨੂੰ ਕਹਿਣਾ ਵੀ ਅੱਖਾਂ ਬੰਦ ਕਰੋ। ਉਹਨੇ ਅੱਖਾਂ ਬੰਦ ਕਰਨੀਆਂ, ਮੈਂ ਕਹਿਣਾ ਮੂੰਹ ਖੋਲੋ। ਉਹਨੇ ਮੂੰਹ ਖੋਲਣਾ ਤੇ ਮੈਂ ਢੱਕਣ ਦਵਾਈ ਦਾ ਉਹਦੇ ਮੂੰਹ ਦੇ ਵਿੱਚ ਲੱਦ ਦੇਣਾ ਤੇ ਚਲੋ ਜੀ, ਤਾੜੀਆਂ ਮਾਰ ਕੇ ਤੇ ਪਾਣੀ ਦੀ ਘੁੱਟ ਉਹਨੂੰ ਪਿਆ ਦੇਣੀ ਤਾਂ ਦਵਾਈ ਪੀ ਹੋ ਜਾਣੀ। ਪਰ ਉਹ ਕਿੰਨੀ ਕੁ ਦੇਰ ਫਾਰਮੂਲਾ ਕੰਮ ਕਰ ਸਕਦਾ ਨਾ, ਕਿਉਂਕਿ ਬੱਚੇ ਇੰਟੈਲੀਜੈਂਟ ਬਹੁਤ ਅੱਜ ਕੱਲ੍ਹ। ਤੇ ਉਹਨੂੰ ਪਤਾ ਵੀ ਹੁਣ ਇੱਕ ਵਾਰੀ ਅੱਖਾਂ ਬੰਦ ਕਰ ਲਈਆਂ, 2 ਵਾਰੀ ਕਰ ਲਈਆਂ, 3 ਵਾਰੀ ਕਰ ਲਈਆਂ, ਮੁੜ ਕੇ ਉਹਨੇ ਅੱਖਾਂ ਬੰਦ ਹੀ ਨਾ ਕਰਨੀਆਂ। ਤੇ ਜਦੋਂ ਚਰਚ ਦੇ ਵਿੱਚ ਜਾਣਾ ਤੇ ਉੱਥੇ ਅਸੀਂ ਤਾਂ ਖੜੇ ਹੋਣਾ ਤੇ ਡੈਡੀ ਜੀ ਨੇ, ਸੰਤਰ ਭਜਨ ਸਿੰਘ ਜੀ ਹੋਣਾ ਨੇ, ਜਦੋਂ ਉਹਨਾਂ ਨੇ ਸੰਗਤ ਨੂੰ ਕਹਿਣਾ ਚਲੋ ਸਾਰੇ ਅੱਖਾਂ ਬੰਦ ਕਰੋ, ਮੂੰਹ ਖੋਲੋ। ਉਹ ਕਹਿੰਦੇ ਸੀ ਪ੍ਰਾਰਥਨਾ ਕਰਨ ਵਾਸਤੇ ਮੂੰਹ ਖੋਲੋ। ਤੇ ਮੈਨੂੰ ਇਦਾਂ ਹੀ ਫੀਲਿੰਗ ਆਉਣੀ ਕਿ ਜਿੱਦਾਂ ਮੈਂ ਆਪਣੀ ਬੇਟੀ ਨੂੰ ਦਵਾਈ ਦੇਣ ਦੇ ਲੱਗਿਆ ਕਹਿੰਦੀ ਹੁੰਦੀ ਵੀ ਅੱਖਾਂ ਬੰਦ ਕਰੋ, ਮੂੰਹ ਖੋਲੋ।
ਤਾਂ ਜਦੋਂ ਉਹਨਾਂ ਨੇ ਇਦਾਂ ਕਹਿਣਾ ਤੇ ਮੇਰਾ ਉੱਥੇ ਜਿਹੜਾ ਆ ਮੇਰਾ ਹਾਸਾ ਨਿਕਲ ਜਾਣਾ। ਸੋ ਕਈ ਵਾਰੀ ਤੁਹਾਡੀਆਂ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ, ਯਾਦਾਂ ਹੁੰਦੀਆਂ, ਉਹ ਸੱਚੀ ਤੁਹਾਨੂੰ ਬਹੁਤ ਰਿਲੈਕਸ ਕਰਦੀਆਂ ਜਦੋਂ ਆਪਾਂ ਮਗਰੋਂ ਉਹਨਾਂ ਨੂੰ ਚੇਤੇ ਕਰਦੇ ਹਾਂ। ਤਾਂ ਮੈਂ ਗੱਲ ਕਰਦੀ ਸੀ ਉਸ ਚਲਾਕ ਜਿਹੇ ਬੱਚੇ ਦੀ। ਬੱਚੇ ਹੁਣ ਤਾਂ ਹੁੰਦੇ ਹੀ ਚਲਾਕ ਆ, ਬਹੁਤ ਆਪਣੇ ਨਾਲੋਂ ਵੱਧ ਚਲਾਕ ਆ। ਤੇ ਉਹ ਬੱਚਾ ਦਵਾਈ ਨਹੀਂ ਲੈਂਦਾ ਸੀ ਤੇ ਡਾਕਟਰ ਨੇ ਕੀ ਕੀਤਾ, ਜਿਹੜੀ ਫਰੂਟੀ ਹੁੰਦੀ ਆ ਨਾ, ਫਰੂਟੀ, ਉਹਨੇ ਗੋਲੀ ਪੀਸੀ ਤੇ ਉਹਨੇ ਫਰੂਟੀ ਦੇ ਵਿੱਚ ਪਾ ਦਿੱਤੀ, ਪੇਪਰ ਦੇ ਨਾਲ ਐਨ ਬਰੀਕ ਕਰਕੇ ਉਹਦੇ ਵਿੱਚ ਪਾ ਕੇ ਤੇ ਸਟ੍ਰੋ ਲੈ ਕੇ ਉਹਨੇ ਜਿਹੜੀ ਉਹ ਗੋਲੀ ਸੀ ਉਹ ਹਿਲਾ ਕੇ ਤੇ ਉਹਨੂੰ ਕਹਿੰਦਾ ਵੀ ਲੈ ਆਪਾਂ ਤੈਨੂੰ ਦਵਾਈ ਦੇਣੀ ਹੀ ਨਹੀਂ ਤੇ ਤੂੰ ਫਰੂਟੀ ਲੈ ਲਾ। ਤੇ ਫਰੂਟੀ ਬਹੁਤ ਮਿੱਠੀ ਹੁੰਦੀ ਆ, ਜਿਹਨੂੰ ਮੈਂਗੋ ਫਰੂਟੀ ਕਹਿੰਦੇ ਆ ਉਹ। ਤੇ ਨਿਆਣੇ ਨੇ ਤੇ ਗਟਾ ਗਟ ਪੀ ਲਈ ਰਮਾਨ ਦੇ ਨਾਲ ਤੇ ਉਹ ਦਵਾਈ ਵੀ ਉਹਦੇ ਅੰਦਰ ਚਲੇਗੀ ਤੇ ਨਿਆਣਾ ਵੀ ਖੁਸ਼। ਸੱਚੀ ਕਿੰਨਾ ਜੀਨੀਅਸ ਡਾਕਟਰ ਸੀਗਾ ਉਹ, ਜੀ ਹੋਏਗਾ ਪ੍ਰਭੂ ਦੀ ਕਿਰਪਾ ਦੇ ਨਾਲ ਹੁਣ ਵੀ। ਸਗੋਂ ਹੁਣ ਉਹਨੂੰ ਨਵੀਆਂ ਸਕੀਮਾਂ ਵੀ ਆ ਗਈਆਂ ਹੋਣਗੀਆਂ। ਕਿਤੇ ਇਦਾਂ ਹੀ ਤੇ ਨਹੀਂ ਆਪਣੇ ਨਾਲ ਵੀ ਹੋ ਰਹੀ ਕਿ ਤੁਹਾਡੇ ਨਾ ਕਰਦੇ ਆ ਤੇ ਕਿ ਮੈਂ ਨਹੀਂ ਗੋਲੀ ਖਾਣੀ, ਮੈਂ ਨਹੀਂ ਗੋਲੀ ਖਾਣੀ, ਤੇ ਤੁਹਾਨੂੰ ਫਰੂਟੀ ਵਿੱਚ ਪਾ ਕੇ ਦੇ ਦਿੱਤੀ ਗਈ ਹੋਵੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ। ਕਈ ਵਾਰੀ ਅਸੀਂ ਬਹੁਤ ਆਪਣੇ ਆਪ 'ਚ ਇੰਟੈਲੀਜੈਂਟ ਹੁੰਨੇ ਆ, ਪਰ ਜਿੰਨੇ ਕੁਛ ਕਰਨ ਦਾ ਤੱਕਿਆ ਹੋਵੇ ਉਹ ਹੋਰ ਵੀ ਜ਼ਿਆਦਾ ਇੰਟੈਲੀਜੈਂਟ ਹੁੰਦਾ। ਸੋ ਇਹ ਥੋੜੇ ਜਿਹੇ ਭੇਤਾਂ ਵਾਲੀਆਂ ਗੱਲਾਂ ਸੀਗੀਆਂ, ਥੋੜੀਆਂ ਜੀਆਂ। ਹਾਂ, ਇੱਕ ਹੋਰ ਆ ਗੱਲ ਵੀ ਜਿਹੜੇ ਆਉਣ ਵਾਲੇ ਮਹੀਨੇ ਆ ਹੋ ਸਕਦਾ ਉਹਦੇ ਵਿੱਚ ਜਿਹੜੀ ਖਾਦ ਦਾ ਛੱਟਾ ਦਿੱਤਾ ਗਿਆ ਆ ਉਹਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਜੇ, ਕਿਉਂਕਿ ਸਿੰਪਟਮਸ ਤਾਂ ਸਟਾਰਟ ਹੋ ਚੁੱਕੇ ਆ। ਪਰ ਇੱਕ ਗੱਲ ਦੱਸਾਂ, ਜੇ ਇਸ ਵਾਰੀ ਉਹਦਾ ਅਸਰ ਨਜ਼ਰ ਆਇਆ ਤਾਂ ਉਹ ਬਹੁਤ ਭਿਆਨਕ ਹੋਊਗਾ। ਤੁਹਾਨੂੰ ਪਤਾ ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਆਪਾਂ ਨੂੰ ਪਹਿਲਾਂ ਹੀ ਵਚਨ ਦੇ ਦੁਆਰਾ ਦੱਸੀਆਂ ਆ। ਜਦੋਂ ਪ੍ਰਭੂ ਨੇ ਵਚਨ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਆ, ਉਹਨੂੰ ਪਹਿਲਾਂ ਹੀ ਪਤਾ ਵੀ ਕੀ ਹੋਣ ਵਾਲਾ ਆ ਤੇ ਕੀ ਨਹੀਂ ਹੋਣ ਵਾਲਾ। ਆਉਣ ਵਾਲੇ ਸਮੇਂ ਦੇ ਸਾਰੇ ਹੀ ਭੇਤ ਕੁਛ ਪ੍ਰਭੂ ਯਿਸੂ ਮਸੀਹ ਜੀ ਨੇ ਦ੍ਰਿਸ਼ਟਾਂਤਾਂ ਦੇ ਵਿੱਚ ਦਿੱਤੇ, ਕੁਛ ਉਹਨਾਂ ਦੇ ਚੇਲਿਆਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਖੋਲ ਕੇ ਦੱਸੇ। ਪਰ ਇਦਾਂ ਜਾਂ ਉਦਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਮੂੰਹ ਦੇ ਨਾਲ ਦੱਸੀਆਂ ਉਹ ਹੁਣ ਹੋ ਰਹੀਆਂ ਆ। ਤਾਂ ਪ੍ਰਭੂ ਨੂੰ ਪਹਿਲਾਂ ਹੀ ਪਤਾ ਉਹਨਾਂ ਸਾਰੀਆਂ ਚੀਜ਼ਾਂ ਦਾ, ਤੇ ਜਿੱਦਾਂ ਪ੍ਰਭੂ ਜੀ ਨੂੰ ਉਹਨਾਂ ਸਾਰੀਆਂ ਚੀਜ਼ਾਂ ਦਾ ਪਹਿਲਾਂ ਹੀ ਪਤਾ ਕਿਉਂਕਿ ਉਹ ਪ੍ਰਭੂ ਆ, ਪਰ ਤੁਹਾਨੂੰ ਪਤਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਪ੍ਰਭੂ ਨੇ ਆਪਾਂ ਨੂੰ ਬਚਣ ਦੇ ਰਾਹ ਵੀ ਪਹਿਲਾਂ ਹੀ ਦੱਸੇ ਆ ਵਚਨ ਦੇ ਵਿੱਚ। ਜਿੱਦਾਂ ਐਕਚੁਅਲੀ ਅੱਜ ਸੰਡੇ ਆ, ਸੰਡੇ ਨੂੰ ਜਦੋਂ ਆਪਾਂ ਚਰਚ ਦੇ ਵਿੱਚ ਬੋਲਦੇ ਆ ਫਿਰ ਕਾਉਂਸਲਿੰਗ ਕਰਦੇ ਲੋਕਾਂ ਨਾਲ, ਉਹਦੇ ਬਾਅਦ 'ਚ ਬਹੁਤ ਪਿਆਸ ਲੱਗਦੀ ਆ। ਸੋ ਆਮ ਸੌਰੀ। ਜਿੱਦਾਂ ਜਦੋਂ ਅਸੀਂ ਛੋਟੇ ਹੁੰਦੇ ਕਿਸੇ ਹਿੱਲ ਏਰੀਆ ਦੇ ਵਿੱਚ ਘੁੰਮਣ ਜਾਂਦੇ ਸੀਗੇ, ਹਿਲਸ ਦੇ ਉੱਤੇ ਜਾਣਾ, ਚੜ੍ਹਨਾ, ਖੇਡਣਾ, ਕੁੱਦਣਾ, ਤਾਂ
ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ, ਪਹਾੜਾਂ ਦੇ ਵਿੱਚ ਨਾ ਇੱਕ ਬੂਟੀ ਹੁੰਦੀ ਆ, ਜੇ ਉਹ ਲੱਗ ਜੇ ਬਹੁਤ ਖਾਰਿਸ਼ ਹੁੰਦੀ, ਧੱਫੜ ਪੈ ਜਾਂਦੇ ਉਹਦੇ ਨਾਲ, ਤੇ ਉਹ ਰੁਕਦੀ ਨਹੀਂ ਖਾਰਿਸ਼। ਜਿੱਥੇ ਜਿੱਥੇ ਤੁਸੀਂ ਉਹ ਖਾਰਿਸ਼ ਵਾਲਾ ਹੱਥ ਲਾਓਗੇ, ਖਾਜ ਵੱਧਦੀ ਜਾਣੀ ਬੋਡੀ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਦਾ ਇਲਾਜ ਕੀ ਆ, ਪਰ ਜਿਹੜਾ ਉਹਦਾ ਇਲਾਜ ਆ ਉਹ ਉਸੇ ਦੀ ਜੜ ਦੇ ਵਿੱਚ ਹੁੰਦਾ। ਉਹ ਜਿਹੜੀ ਬੂਟੀ ਖਾਰਿਸ਼ ਕਰਦੀ ਉਹ ਥੋੜੀ ਉੱਚੀ ਹੁੰਦੀ ਆ, ਪਰ ਜਿਹੜੀ ਬੂਟੀ ਉਹਦਾ ਇਲਾਜ ਕਰਦੀ ਉਸੇ ਦੀ ਜੜ ਦੇ ਵਿੱਚ ਹੁੰਦੀ ਆ, ਔਰ ਉਹ ਛੋਟੀ ਹੁੰਦੀ ਹੈ, ਛੋਟਾ ਪੱਤਾ ਹੁੰਦਾ, ਔਰ ਉਸ ਬੂਟੀ ਨੂੰ ਲੈ ਕੇ ਉਹਦੇ ਤੇ ਰਬ ਕਰ ਲਿਆ ਜਾਂਦਾ ਤੇ ਉਹ ਜਿਹੜੀ ਖਾਰਿਸ਼ ਆ ਉਹ ਥੋੜੇ ਜਿਹੇ ਮਿੰਟਸ ਦੇ ਵਿੱਚ ਹੀ ਜਿਹੜੀ ਆ, ਥੋੜੇ ਮਿੰਟਾਂ 'ਚ ਹੀ ਉਹ ਠੀਕ ਹੋ ਜਾਂਦੀ ਆ। ਇਸੇ ਤਰੀਕੇ ਦੇ ਨਾਲ ਪਵਿੱਤਰ ਬਾਈਬਲ ਦੇ ਵਿੱਚ ਆ ਕਿ ਅਗਰ ਸਾਨੂੰ ਉਹ ਚੀਜ਼ਾਂ ਜਿਹੜੀਆਂ ਡਰਾਉਣੀਆਂ ਲੱਗਦੀਆਂ ਕਿ ਆਉਣ ਵਾਲੇ ਸਮਿਆਂ 'ਚ ਇਦਾਂ ਹੋਣਾ, ਅੱਛਾ ਇਦਾਂ ਕਿੱਦਾਂ ਹੋਊਗਾ, ਅਸੀਂ ਕਿੱਦਾਂ ਸਰਵਾਈਵ ਕਰਾਂਗੇ, ਪਰ ਉਹਨਾਂ ਦਾ ਹੱਲ ਵੀ ਪਰਮੇਸ਼ਵਰ ਨੇ ਵਚਨ ਦੇ ਵਿੱਚ ਹੀ ਰੱਖਿਆ ਹੈ, ਔਰ ਵਚਨ ਦੇ ਵਿੱਚ ਹੀ ਸਾਨੂੰ ਦੱਸਿਆ ਹੈ। ਪਰ ਜੇ ਸਾਨੂੰ ਪਤਾ ਨਾ ਹੋਏ ਤੇ ਅਸੀਂ ਉਹ ਹੱਲ ਨੂੰ ਛੱਡ ਕੇ ਅਸੀਂ ਬਾਹਰ ਲੱਭਣ ਤੁਰ ਪੈਂਦੇ ਹਾਂ। ਜਦੋਂ ਮੈਂ ਵਚਨ ਪੜ੍ਹਦੀ ਹਾਂ ਤਾਂ ਮੈਨੂੰ ਏਦਾਂ ਲੱਗਦਾ ਕਿ ਪ੍ਰਭੂ ਸੱਚੀ ਤੇਰੇ ਨਾਲੋਂ ਵੱਧ ਬੁੱਧ ਕਿਤੇ ਹੋਰ ਹੋ ਹੀ ਨਹੀਂ ਸਕਦੀ, ਤੇਰੇ ਨਾਲੋਂ ਵੱਧ ਵਿਗਿਆਨੀ, ਗਿਆਨੀ, ਸਿਆਣਾ, ਵਾਈਸਮੈਨ ਕੋਈ ਹੋ ਹੀ ਨਹੀਂ ਸਕਦਾ, ਕਿ ਸੱਚਮੁੱਚ ਪ੍ਰਭੂ ਤੂੰ ਪ੍ਰਭੂ ਆ, ਪਰ ਤੂੰ ਸਭ ਕੁਝ ਕਰਨ ਦੇ ਲਈ ਸਾਮਰਥੀ ਆ। ਕਿਉਂ ਵਚਨ ਦੇ ਵਿੱਚ ਲਿਖਿਆ ਆ 2 ਤਿਮੋਥੀਅਸ 1 ਅਧਿਆਇ ਤੋਂ ਦੀ 7 ਨੰਬਰ ਪੰਕਤੀ ਵਿੱਚ ਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ। ਜੇ ਅਸੀਂ ਇਸ ਤੋਂ ਅਗਲੀ 8 ਨੰਬਰ ਆਇਤ ਪੜ੍ਹਦੇ ਹਾਂ ਤੇ ਉੱਥੇ ਆਪਾਂ ਨੂੰ ਇਦਾਂ ਸਮਝ ਆਉਂਦੀ ਕਿ ਸਾਨੂੰ ਜਿਹੜਾ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਉਹਦੇ ਲਈ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਆ। ਸਾਨੂੰ ਪਰਮੇਸ਼ਵਰ ਨੇ ਡਰ ਦਾ ਆਤਮਾ ਨਹੀਂ ਦਿੱਤਾ, ਸਾਨੂੰ ਪਰਮੇਸ਼ਵਰ ਨੇ ਦਲੇਰੀ ਦਾ ਆਤਮਾ ਦਿੱਤਾ, ਇਸ ਲਈ ਖੁੱਲ੍ਹ ਦਿਲੀ ਦੇ ਨਾਲ ਜਿਹੜਾ ਹੈ ਪ੍ਰਚਾਰ ਕਰੋ। ਪਰ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹ ਇੱਕ ਥਾਂ ਤੇ ਇੱਕ ਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਉਹ ਹਰ ਵੇਲੇ ਦੇ ਹਿਸਾਬ ਨਾਲ, ਹਰ ਘੜੀ ਦੇ ਹਿਸਾਬ ਨਾਲ, ਹਰ ਸਿਚੁਏਸ਼ਨ ਦੇ ਹਿਸਾਬ ਦੇ ਨਾਲ, ਹਰ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਕੰਮ ਕਰਦਾ ਤੇ ਸਾਨੂੰ ਸਮਝਾਉਂਦਾ ਆ। ਪ੍ਰਭੂ ਨੂੰ ਪਹਿਲਾਂ ਹੀ ਪਤਾ ਕਿ ਅਗਰ ਇਹ ਚੀਜ਼ਾਂ ਹੋਣਗੀਆਂ, ਕੁਛ ਇਹਨਾਂ ਦੇ ਨਾਲ ਧੱਕਾ ਹੋਏਗਾ, ਕੁਛ ਇਹਨਾਂ ਨੂੰ ਛੁਪਾ ਕੇ ਕੁਛ ਕੀਤਾ ਜਾਏਗਾ, ਤਾਂ ਇਹ ਡੋਲਣਗੇ, ਘਬਰਣਗੇ। ਤਾਂ ਪਰਮੇਸ਼ਵਰ ਨੇ ਇੱਕ ਰਾਹ ਵਿਖਾਇਆ ਸਾਨੂੰ, ਉਹਨੇ ਕਿਹਾ ਤੁਹਾਨੂੰ ਡਰ ਦਾ ਆਤਮਾ ਨਹੀਂ ਦਿੱਤਾ, ਦਲੇਰੀ ਦਾ ਦਿੱਤਾ। ਸਾਡੇ ਕੋਲ ਦਲੇਰੀ, ਅਸੀਂ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ, ਕੁਛ ਵੀ ਹੋਣ ਵਾਲਾ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਨੂੰ ਡਰਾਇਆ ਜਾਏਗਾ, ਤੁਹਾਨੂੰ ਡਰਾਇਆ ਜਾਏਗਾ। ਕਈ ਕਹਿੰਦੇ ਹੁਣੇ ਸਟੇਜ ਤੇ ਤਾਂ ਬੜੀ ਸ਼ੇਰ ਬਣਦੀ ਹੈ ਤੇ ਹੁਣ ਦੇਖੋ ਇਹਨੂੰ ਗੱਲ ਕਰਨ ਦਾ ਪਤਾ ਨਹੀਂ ਲੱਗਣ ਡਿਆ ਵੀ ਗੱਲ ਕਿੱਦਾਂ ਕਰਨੀ ਆ। ਜੇ ਤੁਸੀਂ ਲੰਮਾ ਟਾਈਮ ਕੋਈ ਕੰਮ ਜਿਹੜਾ ਆ ਉਹਦੇ ਵਿੱਚ ਸਕਸੈਸਫੁਲ ਰਹਿਣਾ ਆ ਤਾਂ ਫਿਰ ਤੁਹਾਨੂੰ ਸਮਝਦਾਰੀ ਦੇ ਨਾਲ ਚੱਲਣਾ ਪੈਂਦਾ ਆ। ਕਹਿਣ ਨੂੰ ਕੀ ਹੈ, ਜਿਹੜੀ ਗੱਲ ਮੇਰੀ ਸਮਝ ਵਿੱਚ ਆ ਗਈ ਮੈਂ ਤੁਹਾਨੂੰ ਸਮਝਾਉਣਾ ਹੋਵੇ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਦੀ ਪਰਹੇਜ਼ ਨਹੀਂ ਕੀਤਾ, ਪਰ ਹਰ ਗੱਲ ਦਾ ਇੱਕ ਵੇਲਾ ਆ। ਤਾਂ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ, ਪਰਮੇਸ਼ਵਰ ਨੇ ਸਾਨੂੰ ਦਿੱਤਾ ਦਲੇਰੀ ਦਾ ਆਤਮਾ, ਕਿ ਡਰਿਓ ਨਾ। ਤੇ ਆਪਾਂ ਇੱਕ ਪਹਿਲਾਂ ਗੱਲ ਕੀਤੀ ਸੀ ਭੇਤ ਵਾਲੀ ਗੱਲਾਂ ਦੇ ਵਿੱਚ ਵੀ ਇੱਕ ਬੰਦਾ ਖਾਦ ਦਾ ਛੱਟਾ ਦੇ ਰਿਹਾ ਆ। ਹੁਣ ਜੇ ਕੋਈ ਖਾਦ ਦਾ ਛੱਟਾ ਦੇ ਰਿਹਾ ਤੇ ਇਹਦੇ ਵਿੱਚ ਵੀ ਆਪਾਂ ਨੂੰ ਡਰਨ ਦੀ ਜ਼ਰੂਰਤ ਨਹੀਂ, ਸੁਚੇਤ ਰਹਿਣ ਦੀ ਜ਼ਰੂਰਤ ਆ। ਪਰ ਵਚਨ ਦੇ ਵਿੱਚ ਮਰਕੁਸ 16 ਦੇ ਵਿੱਚ ਲਿਖਿਆ, ਜੇ ਕੋਈ ਤੈਨੂੰ ਜ਼ਹਿਰ ਵੀ ਦੇ ਦੇ ਤੇ ਤੇਰਾ ਕੁਛ ਨਹੀਂ ਵਿਚਲੂਗਾ। ਇਹ ਨਹੀਂ ਲਿਖਿਆ ਜੇ ਤੂੰ ਜ਼ਹਿਰ ਵੀ ਖਾ ਲਵੇਂ, ਮਤਲਬ ਆਪ ਤੱਕ ਕੇ,
ਕਹਿੰਦਾ ਜੇ ਤੂੰ ਜ਼ਹਿਰ ਵੀ ਪੀ ਲਵੇਂ ਤੇ ਤੇਰਾ ਕੁਝ ਨਹੀਂ ਵਿਚਲੂਗਾ। ਭਾਵ ਜੇ ਬਾਏ ਚਾਂਸ ਗਲਤੀ ਦੇ ਨਾਲ ਜਾਂ ਕੋਈ ਤੈਨੂੰ ਦੇ ਦੇਵੇ ਜਿਹੜਾ ਖੋਨਲੇ ਹੋਇਆ ਹੋਵੇ ਕੰਮ, ਤੇ ਤੇਰਾ ਕੋਈ ਨੁਕਸਾਨ ਨਹੀਂ ਹੋਊਗਾ। ਹੁਣ ਜੇ ਕੋਈ ਕਵੇ ਜੀ ਮੈਂ ਤਾਂ ਸੁਸਾਈਡ ਕਰਨਾ ਤੇ ਮੈਨੂੰ ਸਲਫਾਸ ਲਿਆ ਦਿਓ ਤੇ ਮੈਂ ਪੀ ਲਵਾਂ, ਤੇ ਫਿਰ ਉਹ ਕਵੇ ਪੜਨ ਲੱਗ ਜੇ ਜੀ ਮੇਰਾ ਹੁਣ ਕੁਝ ਨਹੀਂ ਵਿਗੜੂਗਾ, ਤੇ ਇਹੋ ਜੇ ਅਕਲ ਵਾਲੇ ਨੂੰ ਮੂਰਖ ਕਿਹਾ ਜਾਂਦਾ। ਪਰ ਜੇ ਬਾਈ ਚਾਂਸ ਕੋਈ ਤੁਹਾਡੇ ਨਾਲ ਚੀਟਿੰਗ ਕਰਨ ਦੇ ਲਈ ਤੁਹਾਨੂੰ ਪੋਇਜ਼ਨ ਜਾਂ ਸਲੋ ਪੋਇਜ਼ਨ ਦੇ ਰਿਹਾ ਆ, ਤਾਂ ਵਚਨ ਦੇ ਵਿੱਚ ਲਿਖਿਆ ਜੇ ਤੂੰ ਜ਼ਹਿਰ ਵੀ ਪੀ ਲਵੇਂ ਤੇ ਤੇਰਾ ਕੁਝ ਨਹੀਂ ਵਿਗੜੂਗਾ, ਕੁਝ ਨਹੀਂ ਵਿਗੜਨਾ। ਜੇ ਵਿਗੜ ਵੀ ਜਾਊਗਾ ਤਾਂ ਕੀ ਵਿਗੜੂਗਾ? ਜਿਸਮ ਖਤਮ ਹੋ ਜਾਏਗਾ ਬਸ। ਉਹ ਜਿਸਮ ਨੂੰ ਖਤਮ ਕਰਨ ਵਾਲੇ ਇਹ ਨਹੀਂ ਜਾਣਦੇ ਕਿ ਸਾਡੀ ਆਤਮਾ ਦਾ ਜੀਵਨ ਬਹੁਤ ਲੰਬਾ, ਜਿਹਨੂੰ ਉਹ ਖਤਮ ਨਹੀਂ ਕਰ ਸਕਦੇ। ਕਿਉਂਕਿ ਹੁਣ ਅਸੀਂ ਉਹ ਨਹੀਂ ਆ ਜਿਹੜੇ ਸਿਰਫ ਜਿਸਮ ਦੇ ਵਿੱਚ ਕੈਦ ਕੀਤੇ ਜਾਣ। ਹੁਣ ਅਸੀਂ ਉਹ ਆ ਜਿਨ੍ਹਾਂ ਦੀ ਆਜ਼ਾਦੀ ਦਾ ਰਾਹ ਪ੍ਰਭੂ ਯਿਸੂ ਮਸੀਹ ਨੇ ਸੂਲੀ ਦੇ ਉੱਤੇ, ਸਲੀਬ ਦੇ ਉੱਤੇ ਚੜ੍ਹ ਕੇ ਖੋਲਿਆ। ਤਾਂ ਇਸ ਲਈ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਫਿਰ ਵਚਨ ਦੇ ਵਿੱਚ ਲਿਖਿਆ ਕਹਿੰਦਾ ਪ੍ਰਭੂ ਨੇ ਸਾਨੂੰ ਡਰ ਦਾ ਆਤਮਾ ਨਹੀਂ, ਦਲੇਰੀ ਦਾ ਆਤਮਾ ਦਿੱਤਾ, ਸੰਜਮ ਦਾ, ਸੰਜਮ ਮਤਲਬ ਪੇਸ਼ੈਂਸ ਦਿੱਤੀ ਆ ਪਰਮੇਸ਼ਵਰ ਨੇ ਸਾਨੂੰ, ਤੇ ਸਮਰੱਥਾ ਵੀ ਦਿੱਤੀ ਆ, ਪਾਵਰ ਵੀ ਦਿੱਤੀ ਆ, ਤੇ ਪ੍ਰੇਮ ਵੀ ਦਿੱਤਾ ਆ। ਤਾਂ ਪਰਮੇਸ਼ਵਰ ਨੇ ਸਾਨੂੰ ਉਹ ਆਤਮਾ ਦਿੱਤਾ ਜਿਹੜਾ ਬਹੁਤ ਸਿਆਣਪ ਦਾ ਆ। ਕਿਉਂਕਿ ਨਾ ਤਾਂ ਮੂਰਖ ਕੋਲ ਅਕਲ ਆ, ਨਾ ਮੂਰਖ ਦੇ ਕੋਲ ਸਮਝ ਆ, ਨਾ ਮੂਰਖ ਦੇ ਕੋਲ ਸੰਜਮ ਆ, ਨਾ ਮੂਰਖ ਕੋਲ ਦਲੇਰੀ ਆ। ਤੇ ਪਰਮੇਸ਼ਵਰ ਨੇ ਸਾਨੂੰ ਦਲੇਰੀ ਵੀ ਦਿੱਤੀ, ਸਮਰੱਥਾ ਵੀ ਦਿੱਤੀ, ਪ੍ਰੇਮ ਵੀ ਦਿੱਤਾ, ਤੇ ਸੰਜਮ ਵੀ ਦਿੱਤਾ। ਤਾਂ ਪਰਮੇਸ਼ਵਰ ਨੇ ਸਾਨੂੰ ਇੱਕ ਸਮਝਦਾਰ ਆਤਮਾ ਦਿੱਤਾ ਜਿਹੜਾ ਸਾਨੂੰ ਗਾਈਡ ਕਰਦਾ ਆ, ਜਿਹੜਾ ਸਾਨੂੰ ਅਗਵਾਈ ਕਰਦਾ, ਲੀਡ ਕਰਦਾ ਹੈ ਕਿ ਹੁਣ ਕੀ ਹੋ ਰਿਹਾ, ਕੀ ਕਰਨਾ, ਕਿੱਦਾਂ ਹੋਣਾ ਚਾਹੀਦਾ, ਤੇ ਕਿੱਦਾਂ ਇੱਥੋਂ ਨਿਕਲਣਾ, ਜਾਂ ਕਿੱਦਾਂ ਇਹਦੇ ਵਿੱਚ ਇਨਵੋਲਵ ਹੋਣਾ। ਫਿਰ ਆਪਾਂ ਦੇਖਦੇ ਹਾਂ ਯਸਾਇਆ ਦੀ ਕਿਤਾਬ ਜਿਹੜੀ ਆ, ਉਹਦੇ ਵਿੱਚ ਲਿਖਿਆ ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ਵਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖਸ਼ਾਂਗਾ, ਹਾਂ ਮੈਂ ਤੇਰੀ ਸਹਾਇਤਾ ਕਰਾਂਗਾ, ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। ਮਾਈ ਡੀਅਰ ਫਰੈਂਡਸ ਐਂਡ ਬ੍ਰਦਰ ਸਿਸਟਰਸ, ਅੱਜ ਇਸ ਸੰਸਾਰ ਦੇ ਵਿੱਚ ਇੱਕ ਗੇਮ ਖੇਡੀ ਜਾ ਰਹੀ ਆ, ਜ਼ਬਰਦਸਤ ਗੇਮ, ਐਂਡ ਉਸ ਗੇਮ ਦਾ ਨਾਮ ਆ ਗੇਮ ਆਫ ਫੀਅਰ, ਡਰ ਦੀ ਖੇਡ। ਮੈਂ ਐਕਸਪਲੇਨ ਨਹੀਂ ਕਰ ਸਕਦੀ, ਪਰ ਸਿਆਣੇ ਕਹਿੰਦੇ ਹੁੰਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ। ਇਹ ਤਾਂ ਇੱਕ ਟਾਰਗੇਟ ਦੇ ਦਿੱਤਾ ਗਿਆ ਕਿ ਜੇ ਤੂੰ ਆਹ ਵਾਲਾ ਪ੍ਰਸ਼ਾਦ ਇੰਨੇ ਜਾਣਿਆਂ ਨੂੰ ਵੰਡ ਦੇ, ਡਰ ਦਾ ਪ੍ਰਸ਼ਾਦ ਇੰਨੇ ਜਾਣਿਆਂ ਨੂੰ ਵੰਡ ਦੇਵੇਂ, ਤੇ ਫਿਰ ਤੇਰੇ ਲਈ ਆਹ ਵਾਲਾ ਇਨਾਮ ਆ। ਇਸ ਲਈ ਪ੍ਰਭੂ ਕਹਿੰਦਾ ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ। ਜਦ ਪ੍ਰਭੂ ਸਾਡੇ ਅੰਗ ਸੰਗ ਆ, ਫਿਰ ਸਾਨੂੰ ਡਰਨ ਦੀ ਕੀ ਜ਼ਰੂਰਤ ਹੈ? ਕਹਿੰਦਾ ਘਾਬਰ ਨਾ, ਮੈਂ ਤੇਰਾ ਪਰਮੇਸ਼ਵਰ ਜੋ ਹਾਂ। ਡਰਨਾ ਨਹੀਂ, ਕਿਉਂਕਿ ਜਿਹੜਾ ਡਰ ਆ ਉਹ ਤੁਹਾਡੇ ਮਿਹਦੇ ਨੂੰ ਵੀ ਕਮਜ਼ੋਰ ਕਰ ਦਿੰਦਾ। ਮੈਂ ਕੋਈ ਵਿਗਿਆਨੀ ਨਹੀਂ ਤੇ ਮੈਂ ਕੋਈ ਡਾਕਟਰ ਨਹੀਂ, ਪਰ ਹਾਂ ਮੈਂ ਤੁਹਾਨੂੰ ਸਿੱਧੇ ਜਿਹੇ ਅੱਖਰਾਂ ਦੇ ਨਾਲ ਇੱਕ ਬਹੁਤ ਛੋਟੀ ਜਿਹੀ ਉਦਾਹਰਨ ਦੇ ਨਾਲ ਸਮਝਾ ਸਕਦੀ ਹਾਂ ਕਿ ਤੁਸੀਂ ਦੇਖੋ, ਕਈ ਵਾਰੀ ਆਪਾਂ ਨੂੰ ਕਿਸੇ ਟੈਸਟ ਦਾ ਡਰ ਹੋਏ ਜਾਂ ਕੋਈ ਗਲਤੀ ਆਪਣੀ ਫੜੀ ਜਾਏ, ਉਸ ਚੀਜ਼ ਦਾ ਡਰ ਹੋਵੇ ਤਾਂ ਭੁੱਖ ਮਰ ਜਾਂਦੀ ਆ। ਜਾਂ ਕਿਸੇ ਨਾਲ ਲੜਾਈ ਹੋਈ ਜਾਂ ਕਿਸੇ ਘਰ ਦੇ ਸਿਆਣੇ ਨੇ ਝਿੜਕਿਆ ਤਾਂ ਇੱਕ ਡਰ ਹੁੰਦਾ, ਤਾਂ ਆਪਾਂ ਉਸ ਡਰ ਚੋਂ ਸਾਰੇ ਨਿਕਲ ਕੇ ਆਏ ਆ। ਬਚਪਨ ਸਾਰਿਆਂ ਨੇ ਹੰਡਾਇਆ, ਗਲਤੀਆਂ ਚੋਂ ਸਾਰਿਆਂ ਨੇ ਝਿੜਕੇ ਖਾਦੇ, ਤਾਂ ਆਪਾਂ ਦੇਖਦੇ ਕਿ ਜਦੋਂ ਡਰ ਲੱਗੇ ਤਾਂ ਭੁੱਖ ਨਹੀਂ ਲੱਗਦੀ।
ਤੇ ਜਦੋਂ ਭੁੱਖ ਨਾ ਲੱਗੇ, ਅੱਜ ਵੀ ਨਹੀਂ ਲੱਗੀ, ਕੱਲ ਵੀ ਨਹੀਂ ਲੱਗੀ, ਪਰਸੋਂ ਵੀ ਨਹੀਂ ਲੱਗੀ, ਤਾਂ ਫਿਰ ਕੀ ਹੋਏਗਾ? ਤੁਹਾਡਾ ਸਿਸਟਮ ਸਲੋ ਹੋ ਜਾਊਗਾ। ਤੇ ਜਦੋਂ ਤੁਹਾਡਾ ਸਿਸਟਮ ਸਲੋ ਹੋ ਜਾਊਗਾ ਫਿਰ ਤੁਸੀਂ ਬਿਮਾਰ ਹੋ ਸਕਦੇ ਆ। ਤਾਂ ਉਸ ਬਿਮਾਰੀ ਦਾ ਮੁੱਖ ਕਾਰਨ ਕੀ ਸੀਗਾ? ਤੁਹਾਡਾ ਡਰ। ਤੁਸੀਂ ਦੇਖੋ ਕਈ ਬੜੇ ਨਿਡਰ ਜਿਹੇ ਹੁੰਦੇ ਆ ਔਰ ਉਹ ਬੜੇ ਹੱਟੇ ਕੱਟੇ ਤਕੜੇ ਹੁੰਦੇ ਆ, ਤੇ ਆਪਾਂ ਕਿਸੇ ਵੇਲੇ ਪੁੱਛਦੇ, ਲੈ ਤੁਹਾਡਾ ਫਲਾਨਾ ਨਿਆਣਾ ਤੇ ਬੜਾ ਕਮਜ਼ੋਰ ਆ ਜਿਹਾ, ਤੇ ਆ ਬੜਾ ਸੋਹਣਾ, ਇਹਦਾ ਸਰੀਰ ਤਕੜਾ ਆ। ਉਹ ਕਹਿੰਦੇ ਇਹਨੂੰ ਨਹੀਂ ਕੋਈ ਫਿਕਰ ਫਾਕਾ, ਇਹਨੂੰ ਕੋਈ ਡਰ ਡੁੱਕਰ ਨਹੀਂ ਹੈਗਾ। ਉਹ ਤੇ ਵਿਚਾਰਾ ਜਿਹੜਾ ਘੁੱਟ-ਘੁੱਟ ਕੇ ਸਾਹ ਲੈਂਦਾ ਹੈ, ਤਾਂ ਕਰਕੇ ਉਹ ਸੁੱਕਾ ਪਿਆ ਹੈ। ਤਾਂ ਸਾਨੂੰ ਸਮਝ ਆਉਂਦਾ ਆ ਕੁਛ ਸਮਝਣ ਵਾਲਿਆਂ ਨੂੰ, ਤੇ ਪਲੀਜ਼ ਉਹਨੂੰ ਸਮਝਿਓ। ਵਚਨ ਦੇ ਵਿੱਚ ਲਿਖਿਆ, ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਆ। ਪ੍ਰਭੂ ਸਾਡੇ ਅੰਗ ਸੰਗ ਆ, ਕਹਿੰਦਾ ਨਾ ਘਬਰ। ਐਕਸਕਿਊਜ਼ ਮੀ। ਮੈਂ ਤੇਰਾ ਪਰਮੇਸ਼ਵਰ ਜੋ ਆ, ਕਹਿੰਦਾ ਮੈਂ ਤੈਨੂੰ ਜ਼ੋਰ ਬਖਸ਼ਾਂਗਾ, ਮੈਂ ਤੇਰੀ ਸਹਾਇਤਾ ਕਰਾਂਗਾ, ਹੈਲਪ ਕਰੂਗੇ ਪ੍ਰਭੂ ਜੀ ਆਪਣੀ। ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। ਸੱਜੇ ਹੱਥ ਦੇ ਨਾਲ, ਤੁਹਾਨੂੰ ਪਤਾ ਸੱਜਾ ਹੱਥ ਜ਼ਿਆਦਾ ਕੰਮ ਕਰਦਾ ਖੱਬੇ ਨਾਲੋਂ। ਕਈ ਵਾਰੀ ਖੱਬੇ ਹੱਥ ਦੇ ਨਾਲ ਉਨੀ ਗ੍ਰਿਪ ਨਹੀਂ ਹੁੰਦੀ। ਜਿਹੜੇ ਸੱਜੇ ਹੱਥ ਨਾਲ ਕੰਮ ਕਰਦੇ ਉਹਨਾਂ ਨੂੰ ਪਤਾ ਕਿ ਸੱਜਾ ਹੱਥ ਜਿਹੜਾ ਉਹ ਜ਼ਿਆਦਾ ਕੰਮ ਕਰਦਾ ਆ। ਤਾਂ ਵਚਨ ਦੇ ਵਿੱਚ ਲਿਖਿਆ, ਮੈਂ ਤੈਨੂੰ ਆਪਣੇ ਫਤਿਹਮੰਦ ਜਿੱਤ ਪਾਏ ਹੋਏ ਹੱਥ ਦੇ ਨਾਲ, ਜਿਸ ਹੱਥ ਦਾ ਤਜਰਬਾ ਹੈ ਆਲਰੇਡੀ, ਉਹ ਜਿੱਤਿਆ ਹੋਇਆ ਹੱਥ ਆ, ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। ਇਸ ਲਈ ਡਰਨਾ ਨਹੀਂ ਬਿਲਕੁਲ ਵੀ, ਘਾਬਰਨਾ ਨਹੀਂ ਬਿਲਕੁਲ ਵੀ। ਜੋ ਵੀ ਹੋ ਰਿਹਾ ਹੈ ਨਾ, ਉਹ ਹੋਣ ਦਿਓ, ਤੁਸੀਂ ਰੋਕ ਨਹੀਂ ਸਕਦੇ ਉਸ ਨੂੰ। ਪਰ ਪਲੀਜ਼ 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 ਉਸ ਡਰ ਨੂੰ ਆਪਣੇ ਅੰਦਰ ਨਹੀਂ ਲੈਣਾ। ਉਸ ਡਰ ਨੂੰ ਆਪਣੇ ਅੰਦਰ ਲੈ ਕੇ ਆਪਣੇ ਸਿਸਟਮ ਨੂੰ ਸਲੋ ਨਹੀਂ ਕਰਨਾ, ਆਪਣੇ ਇਮਿਊਨ ਸਿਸਟਮ ਨੂੰ ਖਰਾਬ ਨਹੀਂ ਹੋਣ ਦੇਣਾ, ਆਪਣੇ ਸਿਸਟਮ ਨੂੰ ਤਕੜਾ ਰੱਖਣਾ ਆ। ਇਹ ਐਂਡ ਟਾਈਮ ਟੀਚਿੰਗ ਦਾ ਸੈਕੰਡ ਪਾਰਟ ਆ। ਆਪਾਂ ਐਂਡ ਡੇਜ਼ ਦੇ ਵਿੱਚ ਚੱਲ ਰਹੇ, ਐਂਡ ਟਾਈਮਸ ਦੇ ਵਿੱਚ ਚੱਲ ਰਹੇ ਆ। ਇਸ ਲਈ ਐਂਡ ਟਾਈਮਸ ਦੇ ਵਿੱਚ ਕੀ ਹੋ ਰਿਹਾ ਆ, ਤੇ ਹੁਣ ਆਪਾਂ ਅੱਗੇ ਸ਼ੁਰੂ ਕਰਾਂਗੇ ਕਿ ਕੀ ਹੋਣਾ ਆ, ਤੇ ਕਿੱਦਾਂ ਕਿੱਦਾਂ ਵਚਨ ਚ ਉਹਨਾਂ ਦੇ ਬਾਰੇ ਚ ਲਿਖਿਆ, ਤੇ ਕਿੱਦਾਂ ਕਿੱਦਾਂ ਆਪਾਂ ਬਾਹਰ ਆਉਣਾ। ਕਿਉਂਕਿ ਦੇਖੋ ਜਿਹੜੀ ਬੁੱਕ ਆਫ ਰੈਵਲੇਸ਼ਨ ਐਂਡ ਟਾਈਮਸ ਦੇ ਬਾਰੇ ਚ, ਉਹਦੀ ਪ੍ਰੀਚਿੰਗ ਤੁਹਾਨੂੰ ਬਹੁਤ ਮਿਲੂਗੀ YouTube ਤੇ, ਬਹੁਤ ਮਿਲੂਗੀ। ਤਾਂ ਮੈਂ ਪ੍ਰਾਰਥਨਾ ਕਰ ਰਹੀ ਹਾਂ ਪ੍ਰਭੂ ਜੀ ਦੇ ਅੱਗੇ ਕਿ ਪ੍ਰਭੂ ਤੁਸੀਂ ਆਪਣੀ ਦਾਸੀ ਨੂੰ ਉਹ ਵਚਨ ਦਿਓ ਜਿਹੜਾ ਬੜਾ ਬੇਸਿਕ ਹੋਏ, ਜਿਹੜਾ ਐਂਡ ਟਾਈਮ ਦੇ ਵਿੱਚ ਅਸੀਂ ਸਰਵਾਈਵ ਕਰ ਸਕੀਏ, ਜਿਸ ਵਚਨ ਦੇ ਨਾਲ ਉਹ ਵਚਨ ਸਾਨੂੰ ਮਿਲੇ, ਔਰ ਜਿਹੜਾ ਬਹੁਤ ਸਿੰਪਲ ਹੋਏ ਤੇ ਸਾਰਿਆਂ ਦੀ ਸਮਝ ਦੇ ਵਿੱਚ ਆ ਜਾਏ, ਇਦਾਂ ਦਾ ਵਚਨ ਸਾਨੂੰ ਮਿਲੇ। ਤਾਂ ਮੈਂ ਯਕੀਨ ਕਰਦੀ ਕਿ ਜ਼ਰੂਰ ਇਹ ਪਰਮੇਸ਼ਵਰ ਦੇ ਆਤਮਾ ਦੇ ਵੱਲੋਂ ਹੋਏਗਾ। ਔਰ ਫਿਰ ਇਦਾਂ ਦੀਆਂ ਜਦੋਂ ਆਪਾਂ ਗੱਲਾਂ ਸੁਣਦੇ ਆ, ਕੋਈ ਆਪਾਂ ਨੂੰ ਆਣ ਕੇ ਦੱਸ ਗਿਆ, ਕਿਸੇ ਨੇ ਕੋਈ ਗੱਲ ਕੀਤੀ, ਤੇ ਫਿਰ ਅਸੀਂ ਚਿੰਤਤ ਹੋ ਜਾਂਦੇ ਆ ਕਿ ਹਾਏ ਹੁਣ ਕਿੱਦਾਂ ਹੋਊਗਾ, ਮੇਰੇ ਨਿਆਣੇ ਨਿੱਕੇ ਨਿੱਕੇ, ਮੇਰੀ ਬਿਜ਼ਨਸ ਅਜੇ ਤਾਂ ਮੈਂ ਖੋਲੀ ਆ, ਫੇਰ ਬੰਦ ਹੋ ਜੂਗੀ, ਇਦਾਂ ਹੋ ਜੂਗਾ, ਅੱਛਾ ਉਦਾਂ ਹੋ ਜੂਗਾ। ਤਾਂ ਪਹਿਲਾ ਪਤਰਸ ਉਹਦਾ 5 ਅਧਿਆਇ ਤੇ ਉਹਦੀ 7-8 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ, ਕਹਿੰਦਾ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ, ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਸੁਚੇਤ ਹੋਵੋ, ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਂਹ ਵਾਂਗ ਭਾਲਦਾ ਫਿਰਦਾ ਵੀ ਕਿਹਨੂੰ ਪਾੜ ਖਾਵਾਂ। ਜਿਹੜਾ ਨਾਸ਼ ਕਰਨਾ ਚਾਹੁੰਦਾ ਆ, ਉਹ ਤਾਂ ਪਹਿਲਾਂ ਹੀ ਆਈਡੀਏ ਲਾਉਂਦਾ ਵੀ ਇਹਨਾਂ ਨੂੰ ਕਿੱਦਾਂ ਨਾਸ਼ ਕਰਨਾ ਆ। ਪਰ ਕਹਿੰਦਾ ਤੁਸੀਂ, ਕਿਉਂਕਿ ਜਦੀ ਚਿੰਤਾ ਆ, ਸਿਆਣੇ ਕਹਿੰਦੇ ਚਿੰਤਾ ਚਿਤਾ ਦੇ ਬਰਾਬਰ ਆ, ਵੀ ਚਿੰਤਾ ਵੀ ਸਾਨੂੰ ਕਮਜ਼ੋਰ ਕਰਦੀ ਆ। ਆਪਾਂ ਜਿਹੜਾ ਆ ਉਹ, ਹਾਂਜੀ ਮੈਂ ਇੱਥੇ ਲਿਖ ਨਹੀਂ ਸਕੀ, ਬਾਈਬਲ ਦੇ ਵਿੱਚ ਵੀ ਲਿਖਿਆ, ਕਹਿੰਦਾ ਜਿਹੜੀ ਚਿੰਤਾ ਆ ਉਹ ਮਨੁੱਖ ਨੂੰ ਝੁਕਾ ਦਿੰਦੀ ਆ, ਪਰ ਜਿਹੜਾ ਚੰਗਾ ਬਚਨ ਆ ਉਹ ਸਾਨੂੰ ਜਿਹੜਾ ਆ ਪਰਮੇਸ਼ਵਰ ਦੇ ਸਾਮਰਥ ਨਾਲ ਭਰਦਾ ਆ, ਤੇ ਉਹ ਸਾਡੇ ਦਿਲ ਨੂੰ ਨਿਹਾਲ ਕਰਦਾ ਆ। ਬੁੱਕ ਆਫ ਪ੍ਰੋਵਰਬਸ ਦੇ ਵਿੱਚ ਇਦਾਂ ਲਿਖਿਆ, ਹਾਂਜੀ ਕਹਾਵਤਾਂ ਦੀ ਕਿਤਾਬ ਦੇ ਵਿੱਚ ਇਦਾਂ ਲਿਖਿਆ ਆ। ਤਾਂ ਇੱਥੇ ਤਾਂ ਹੀ ਜਿਹੜੀ ਚਿੰਤਾ ਆ ਉਹ ਚਿਤਾ ਵੱਲ ਨੂੰ ਲੈ ਕੇ ਜਾਂਦੀ, ਉਹ ਮੌਤ ਵੱਲ ਨੂੰ ਲੈ ਕੇ ਜਾਂਦੀ ਆ, ਉਹ ਨਾਸ਼ ਵੱਲ ਨੂੰ ਲੈ ਕੇ ਜਾਂਦੀ, ਉਹ ਬਿਮਾਰੀ ਵੱਲ ਨੂੰ ਲੈ ਕੇ ਜਾਂਦੀ, ਉਹ ਕਮਜ਼ੋਰੀ ਵੱਲ ਨੂੰ ਲੈ ਕੇ ਜਾਂਦੀ, ਉਹ ਪਰੇਸ਼ਾਨੀ ਵੱਲ ਨੂੰ ਲੈ ਕੇ ਜਾਂਦੀ ਆ। ਤੇ ਜਦੋਂ ਬੰਦਾ ਬਹੁਤ ਚਿੰਤਾ ਵਿੱਚ ਹੁੰਦਾ ਤੇ ਉਹ ਪ੍ਰਾਰਥਨਾ ਵੀ ਨਹੀਂ ਕਰ ਪਾਉਂਦਾ ਪ੍ਰੋਪਰ ਤਰੀਕੇ ਦੇ ਨਾਲ।
ਤੇ ਇੱਥੇ ਲਿਖਿਆ ਹੋਇਆ, ਕਹਿੰਦਾ ਆਪਣੀ ਸਾਰੀ ਚਿੰਤਾ, ਪਹਿਲਾ ਪਤਰਸ 5 ਦੇ 7-8 ਚ ਕਹਿੰਦਾ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ। ਕਿਹਦੇ ਉੱਤੇ? ਪਰਮੇਸ਼ਵਰ ਜੀ ਦੇ ਉੱਤੇ। ਕਿਉਂ? ਜੋ ਉਹਨੂੰ ਤੁਹਾਡਾ ਫਿਕਰ ਆ, ਉਹਨੂੰ ਤੁਹਾਡਾ ਫਿਕਰ ਆ ਵੀ ਕਿੱਦਾਂ ਮੈਂ ਇਹਨਾਂ ਨੂੰ ਸਾਂਭਣਾ, ਕਿੱਦਾਂ ਇਹਨਾਂ ਨੂੰ ਮੈਂ ਬਚਾਉਣਾ, ਕੀ ਇਹਨਾਂ ਨੂੰ ਮੈਂ ਖਾਣ ਨੂੰ ਦੇਣਾ, ਕਿੱਦਾਂ ਇਹਨਾਂ ਦੀ ਮੈਂ ਰੱਖਿਆ ਕਰਨੀ, ਸਾਰਾ ਹੀ ਫਿਕਰ ਆ ਤੇ ਸਾਰਾ ਪਲਾਨ ਕੀਤਾ ਹੋਇਆ ਪ੍ਰਭੂ ਜੀ ਨੇ ਆਲਰੇਡੀ। ਕਹਿੰਦਾ ਤੁਸੀਂ ਕੀ ਕਰੋ? ਸੁਚੇਤ ਹੋਵੋ ਤੇ ਜਾਗਦੇ ਰਹੋ। ਸੁਚੇਤ ਹੋਣਾ, ਅਵੇਅਰ ਹੋਣਾ। ਕਹਿੰਦਾ ਕਬੂਤਰਾਂ ਵਰਗੇ ਭੋਲੇ ਤੇ ਸੱਪਾਂ ਵਰਗੇ ਚੁਸਤ ਹੋਵੋ। ਸਾਨੂੰ ਸੁਚੇਤ ਹੋਣਾ ਪਊਗਾ। ਏਦਾਂ ਨਹੀਂ ਵੀ ਇਧਰੋਂ ਆਇਆ ਤੇ ਖਾ ਲਿਆ, ਇਧਰੋਂ ਆਇਆ ਤੇ ਖਾ ਲਿਆ, ਇਧਰੋਂ ਆਇਆ ਤੇ ਸੁਣ ਲਿਆ, ਇਧਰੋਂ ਆਇਆ ਤੇ ਉਹਨੂੰ ਮਨ ਤੱਕ ਰੱਖ ਲਿਆ। ਨੋ, ਸੁਚੇਤ ਹੋਵੋ ਮੈਂ ਖਾਣਾ ਕੀ ਆ, ਸੁਚੇਤ ਹੋਵੋ ਮੈਂ ਸੁਣਨਾ ਕੀ ਆ, ਸੁਚੇਤ ਹੋਵੋ ਮੈਂ ਵੇਖਣਾ ਕੀ ਆ, ਤੇ ਸੁਚੇਤ ਹੋਵੋ ਕਿ ਮੈਂ ਕਰਨਾ ਕੀ ਆ। ਤਾਂ ਸੁਚੇਤ ਹੋ ਕੇ ਚੱਲੋ, ਜਾਗਦੇ ਰਹੋ। ਜਾਗਦੇ ਰਹੋ ਮੀਨਸ ਇੰਤਜ਼ਾਰ ਕਰੋ ਆਪਣੇ ਪਰਮੇਸ਼ਵਰ ਦਾ। ਜਾਗਦੇ ਰਹੋ ਕਿ ਚੋਰ ਕਿਤੇ ਚੋਰੀ ਕਰਕੇ ਨਾ ਲੈ ਜਾਵੇ ਸਾਰਾ ਕੁਝ। ਪਰਮੇਸ਼ਵਰ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਬਣੇ ਰਹੋ। ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਕਰਨਾ ਮੈਂ ਕਿਉਂ ਬਾਰ-ਬਾਰ ਕਹਿੰਦੀ, ਮੈਨੂੰ ਨਹੀਂ ਪਤਾ ਤੁਸੀਂ ਉਸ ਮੈਡੀਟੇਸ਼ਨ ਦਾ ਮਤਲਬ ਕੀ ਕੱਢਦੇ। ਮੈਡੀਟੇਸ਼ਨ ਦਾ ਮੀਨਸ ਹੁੰਦਾ ਮਨਨ ਕਰਨਾ। ਮੈਡੀਟੇਸ਼ਨ ਦਾ ਮੀਨਸ ਹੁੰਦਾ ਇੱਕ ਸੰਪਰਕ ਪਰਮੇਸ਼ਵਰ ਦੇ ਨਾਲ ਸਾਧਣਾ, ਜਿਹੜਾ ਬੜੀ ਸ਼ਾਂਤ ਜਿਹੀ ਅਵਸਥਾ ਦੇ ਵਿੱਚ ਹੁੰਦਾ ਕਿ ਤੁਸੀਂ ਬਿਲਕੁਲ ਸ਼ਾਂਤ ਆ, ਤੁਸੀਂ ਕੋਈ ਐਕਟੀਵਿਟੀ ਦੇ ਵਿੱਚ ਨਹੀਂ ਆ, ਪਰ ਤੁਸੀਂ ਆਪਣਾ ਸੰਪਰਕ ਕਰ ਰਹੇ ਆ, ਤੁਸੀਂ ਪਰਮੇਸ਼ਵਰ ਦੇ ਨਾਲ ਕਨੈਕਸ਼ਨ ਆਪਣਾ ਜਿਹੜਾ ਹੈ ਉਹ ਜੋੜ ਰਹੇ ਆ। ਤੇ ਉਹ ਜ਼ਰੂਰ ਕਰੋ। ਉਹਦੇ ਨਾਲ ਤੁਸੀਂ ਬਹੁਤ ਪਰਮੇਸ਼ਵਰ ਦੇ ਨੇੜੇ ਜਾਂਦੇ ਆ, ਪਰਮੇਸ਼ਵਰ ਨੂੰ ਤੁਸੀਂ ਸੁਣਦੇ ਆ, ਉਹ ਆਤਮਾ ਦੇ ਵਿੱਚ ਤੁਸੀਂ ਉਹਦੀ ਆਵਾਜ਼ ਨੂੰ ਮਹਿਸੂਸ ਕਰਦੇ ਆ। ਜਾਗਦੇ ਰਹੋ। ਤੁਹਾਡਾ ਵਿਰੋਧੀ ਕਹਿੰਦਾ ਸਕੀਮਾਂ ਲਾਉਂਦਾ ਫਿਰਦਾ, ਮੈਂ ਇਹਨਾਂ ਨੂੰ ਕਿੱਥੇ ਘੇਰਨਾ, ਕਿੱਦਾਂ ਬਿਮਾਰ ਕਰਨਾ, ਕਿੱਦਾਂ ਇਹਨਾਂ ਨੂੰ ਨਾਸ਼ ਕਰ ਦੇਣਾ ਤੇ ਕਿੱਦਾਂ ਇਹਨਾਂ ਨੂੰ ਖਤਮ ਕਰ ਦੇਣਾ। ਤੇ ਚਲੋ ਜੀ, ਇੰਨੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ। ਸੋ ਇਸ ਤਰੀਕੇ ਦੀਆਂ ਜਿਹੜੀਆਂ ਪਲੈਨਿੰਗਸ ਆ ਉਹ ਚੱਲ ਰਹੀਆਂ ਆ। ਦੇਖੋ, ਕਹਿੰਦੇ ਜੇ ਕੋਈ ਗੁੜ ਦਿੱਤਿਆਂ ਮਾਰਦਾ ਤੇ ਉਹਨੂੰ ਜ਼ਹਿਰ ਦੇ ਕੇ ਜ਼ਰੂਰ ਮਾਰਨਾ ਆ। ਇਸ ਲਈ ਗੁੜ ਦਾ ਲੰਗਰ ਲੱਗਾ ਹੋਇਆ ਆ, ਐਵੇਂ ਹੀ ਨਾ ਛਕੀ ਜਾਇਓ। ਇੱਕ ਖਤਰੇ ਦਾ ਸਾਰੰਗ ਵੱਜ ਰਿਹਾ ਆ। ਸੁਚੇਤ ਹੋਇਓ ਪਰ ਡਰਿਓ ਨਾ। ਪਰਮੇਸ਼ਵਰ ਤੋਂ ਪੁੱਛੋ, ਕਿਉਂਕਿ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਪਵਿੱਤਰ ਆਤਮਾ ਤੁਹਾਡੀ ਮਦਦ ਕਰਨਗੇ। ਕਿਉਂਕਿ ਵਚਨ ਦੇ ਵਿੱਚ ਲਿਖਿਆ, ਪਿਤਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ, ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਸਹਾਇਕ ਭੇਜੇਗਾ, ਅਰਥਾਤ ਪਵਿੱਤਰ ਆਤਮਾ, ਜਿਹੜਾ ਸਭਨਾਂ ਗੱਲਾਂ 'ਚ ਤੁਹਾਡੀ ਅਗਵਾਈ ਕਰੇਗਾ। ਹਰ ਗੱਲ ਦੇ ਵਿੱਚ ਉਹ ਤੁਹਾਡੀ ਅਗਵਾਈ ਕਰੇਗਾ, ਹਰ ਗੱਲ ਦੇ ਵਿੱਚ। ਸੋ ਛੋਟੀ ਵੱਡੀ ਗੱਲ ਹੋਏ, ਸਮਝ ਤੋਂ ਬਾਹਰ ਕੋਈ ਗੱਲ ਹੋਏ, ਪਰੇਸ਼ਾਨ ਕਰਨ ਵਾਲੀ ਕੋਈ ਗੱਲ ਹੋਏ, ਭੇਤ ਵਾਲੀ ਕੋਈ ਗੱਲ ਹੋਏ, ਕੋਈ ਗੱਲ ਜਿਹਦਾ ਕੋਈ ਹੱਲ ਹੀ ਨਹੀਂ ਲੱਭ ਰਿਹਾ, ਕੋਈ ਗੱਲ ਜਿਹੜੀ ਦੁਖੀ ਕਰ ਰਹੀ ਆ, ਕੋਈ ਗੱਲ ਜਿਹੜੀ ਸ਼ਾਂਤੀ ਨਹੀਂ ਆਉਣ ਦਿੰਦੀ, ਤਾਂ ਕਹੋ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ, ਪਵਿੱਤਰ ਆਤਮਾ ਜੀ ਮੇਰੀ ਅਗਵਾਈ ਕਰੋ, ਮੈਨੂੰ ਕੀ ਕਰਨਾ ਚਾਹੀਦਾ। ਤੁਸੀਂ ਦੇਖੋਗੇ ਜਦੋਂ ਤੁਸੀਂ ਕਹੋਗੇ ਤੁਹਾਨੂੰ ਬਹੁਤ ਛੇਤੀ ਉਹਨਾਂ ਚੀਜ਼ਾਂ ਦਾ ਹੱਲ ਮਿਲ ਜੂਗਾ, ਉਹ ਚੀਜ਼ਾਂ ਸਮਝ ਵਿੱਚ ਆ ਜਾਣਗੀਆਂ। ਔਰ ਇਸ ਤਰੀਕੇ ਨਾਲ ਸਮਝ ਵਿੱਚ ਆਉਣਗੀਆਂ, ਤੁਸੀਂ ਕਹੋਗੇ ਹੈ ਮੈਨੂੰ ਇਹ ਚੀਜ਼ਾਂ ਪਹਿਲਾਂ ਸਮਝ ਹੀ ਨਹੀਂ ਆਈਆਂ, ਅੱਛਾ ਇਹ ਕੁਛ ਹੋ ਰਿਹਾ ਆ। ਹਾਂਜੀ, ਬਹੁਤ ਕੁਛ ਹੋ ਰਿਹਾ ਆ ਜਿਹਨੂੰ ਸਿਰਫ ਸਮਝਿਆ ਜਾ ਸਕਦਾ ਆ, ਜਿਹਨੂੰ ਦੇਖਿਆ ਤੇ ਸਮਝਿਆ ਈਜ਼ੀਲੀ ਜਾ ਸਕਦਾ, ਪਰ ਐਕਸਪਲੇਨ ਕਰਨਾ ਇੰਨੀ ਈਜ਼ੀ ਜੌਬ ਨਹੀਂ ਆ। ਸੋ ਪਰਮੇਸ਼ਵਰ ਨੇ ਤੁਹਾਨੂੰ ਬੁੱਧ ਦਿੱਤਾ, ਜੇ ਕਿਸੇ ਕੋਲ ਨਹੀਂ ਆ ਤੇ ਯਾਕੂਬ ਦੀ ਕਿਤਾਬ 'ਚ ਲਿਖਿਆ, ਜੇ ਕਿਸੇ ਨੂੰ ਬੁੱਧ ਦਾ ਘਾਟਾ ਆ ਉਹ ਮੰਗੇ ਤੇ ਪਰਮੇਸ਼ਵਰ ਬਿਨਾਂ ਉਲਾਂਭੇ ਦੇ ਦਿੰਦਾ ਹੈ। ਤਾਂ ਪਲੀਜ਼ ਤੁਸੀਂ ਆਪਣੇ ਲਈ ਬੁੱਧ ਮੰਗ ਸਕਦੇ ਆ, ਪਰਮੇਸ਼ਵਰ ਤੁਹਾਡੇ ਉੱਤੇ ਕਿਰਪਾ ਕਰਨ। ਮੈਂ ਇੱਕ ਛੋਟੀ ਪ੍ਰਾਰਥਨਾ ਦੇ ਨਾਲ ਇਸ ਵੀਡੀਓ ਨੂੰ ਐਂਡ ਕਰਾਂਗੀ। ਸਰਵ ਸ਼ਕਤੀਮਾਨ ਪ੍ਰਭੂ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਇਸ ਸਮੇਂ ਦੇ ਲਈ ਮੇਰੇ ਪ੍ਰਭੂ ਜੀ। ਪ੍ਰਭੂ, ਮੈਂ ਪ੍ਰਾਰਥਨਾ ਕਰਦੀ ਹਾਂ ਕਿ ਆਪਣੇ ਲੋਕਾਂ ਨੂੰ ਬੁੱਧ ਦਿਓ, ਗਿਆਨ ਦਿਓ, ਸਮਝ ਦਿਓ, ਪ੍ਰਕਾਸ਼ ਦਿਓ ਮੇਰੇ ਪ੍ਰਭੂ ਜੀ। ਪਰ ਪ੍ਰਭੂ ਜੀ, ਉਹ ਜ਼ਹਿਰ ਜਿਹੜਾ ਬਹੁਤ ਸਲੋ ਆ ਪਰ ਵੈਰੀ ਸਰਵ ਕਰ ਰਿਹਾ ਆ, ਉਹ ਬੇਅਸਰ ਹੋ ਜੇ ਮੇਰੇ ਪ੍ਰਭੂ ਜੀ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਜਿੱਦਾਂ ਮਰਕਸ 16 'ਚ ਲਿਖਿਆ, ਜੇ ਤੂੰ ਕੁਛ ਜ਼ਹਿਰ ਵੀ ਪੀ ਲਵੇਂ ਤਾਂ ਤੇਰਾ
ਕੁਛ ਨਹੀਂ ਵਿਚਲੂਗਾ ਤਾਂ ਪ੍ਰਭੂ ਤੁਹਾਡੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਮੇਰੇ ਪ੍ਰਭੂ। ਪ੍ਰਭੂ ਤੁਸੀਂ ਕਿਹਾ ਨਾ ਡਰ ਨਾ ਘਬਰ, ਮੈਂ ਤੇਰੇ ਅੰਗ ਸੰਗ ਆ, ਤੇ ਅਸੀਂ ਯਕੀਨ ਕਰ ਲਿਆ ਪ੍ਰਭੂ ਤੁਸੀਂ ਸਾਡੇ ਅੰਗ ਸੰਗ ਆ। ਤੁਸੀਂ ਆਪਣੇ ਲੋਕਾਂ ਨੂੰ ਸੰਭਾਲਣਾ ਆ, ਤੁਸੀਂ ਆਪਣੇ ਲੋਕਾਂ ਨੂੰ ਹੌਸਲਾ ਤਸੱਲੀ ਬੁੱਧ ਦੇਣਾ ਮੇਰੇ ਪ੍ਰਭੂ ਜੀ। ਔਰ ਪ੍ਰਭੂ ਤੁਸੀਂ ਆਪਣੇ ਲੋਕਾਂ ਦੇ ਲਈ ਰਸਤਾ ਬਣਨਾ, ਰਸਤਾ ਦਿਖਾਉਣਾ। ਔਰ ਪ੍ਰਭੂ ਉਹ ਘਟਨਾਵਾਂ ਜਿਹਦੇ ਬਾਰੇ ਚ ਪਵਿੱਤਰ ਆਤਮਾ ਜੀ ਪ੍ਰਾਰਥਨਾ ਕਰਨ ਦੇ ਲਈ ਅਗਵਾਈ ਕਰਦੇ ਆ, ਤਾਂ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਫਜ਼ਲ ਕਰਿਓ ਇਸ ਧਰਤੀ ਦੇ ਉੱਤੇ ਮੇਰੇ ਪਿਤਾ ਪਰਮੇਸ਼ਵਰ, ਤੇ ਇਸ ਧਰਤੀ ਦੇ ਲੋਕਾਂ ਦੇ ਉੱਤੇ ਕਿ ਉਹ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਫਿਰ ਵੀ ਸਭਨਾਂ ਗੱਲਾਂ ਦੇ ਵਿੱਚ ਪ੍ਰਭੂ ਜੀ ਤੁਹਾਡੀ ਮਰਜ਼ੀ ਪੂਰੀ ਹੋਵੇ, ਕਿਉਂਕਿ ਲਿਖਤਾਂ ਦਾ ਪੂਰਿਆ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਉਹ ਉੱਦਾਂ ਹੀ ਹੋਣਾ ਜਿੱਦਾਂ ਵਚਨ ਦੇ ਵਿੱਚ ਲਿਖਿਆ, ਪਰ ਫਿਰ ਵੀ ਸਾਡੀਆਂ ਪ੍ਰਾਰਥਨਾਵਾਂ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਹੈ, ਕਿਉਂਕਿ ਤੁਸੀਂ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਤੇ ਉਹਨਾਂ ਦਾ ਉੱਤਰ ਦਿੰਦੇ ਆ ਮੇਰੇ ਪ੍ਰਭੂ ਜੀ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਜਿੰਨੇ ਵੀ ਵਿਊਅਰਸ ਦੇਖ ਰਹੇ ਇਹਨਾਂ ਦੇ ਧੀਆਂ ਪੁੱਤਰਾਂ ਦੇ ਉੱਤੇ ਮੇਰੇ ਪ੍ਰਭੂ ਤੁਹਾਡੀ ਕਿਰਪਾ ਆ ਜੇ, ਤੁਹਾਡੀ ਪ੍ਰੋਟੈਕਸ਼ਨ ਆਏ ਮੇਰੇ ਪ੍ਰਭੂ। ਪ੍ਰਭੂ ਇਹਨਾਂ ਇਸ ਪ੍ਰਾਰਥਨਾ ਨੂੰ ਤੇ ਵਚਨ ਨੂੰ ਸੁਣਨ ਵਾਲਿਆਂ ਦੇ ਉੱਤੇ ਮੇਰੇ ਪ੍ਰਭੂ ਤੁਹਾਡੀ ਸਵਰਗੀ ਸੁਰੱਖਿਆ ਆ ਜਾਏ ਮੇਰੇ ਪ੍ਰਭੂ ਜੀ। ਔਰ ਤੁਹਾਡੀ ਕਿਰਪਾ ਦੇ ਹੇਠ ਮੇਰੇ ਪ੍ਰਭੂ ਇਹ ਬਣੇ ਰਹਿਣ ਮੇਰੇ ਪ੍ਰਭੂ ਜੀ। ਔਰ ਤੁਹਾਡਾ ਨਾਮ ਇਹਨਾਂ ਦੀ ਜ਼ਿੰਦਗੀ 'ਚ ਜਲਾਲ ਪਾਵੇ ਮੇਰੇ ਪ੍ਰਭੂ। ਔਰ ਤੁਹਾਡਾ ਆਤਮਾ ਸਭਨਾਂ ਗੱਲਾਂ ਦੇ ਵਿਖੇ ਤੁਹਾਡੇ ਲੋਕਾਂ ਦੀ ਅਗਵਾਈ ਕਰੇ। ਆਓ ਪ੍ਰਭੂ ਜੀ ਆਪਣੇ ਲੋਕਾਂ ਦੇ ਅੰਗ ਸੰਗ ਹੋਵੋ, ਸਾਡੀ ਬੇਨਤੀ ਨੂੰ ਸੁਣੋ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਵਰ ਜੀ ਕੋਲੋਂ ਮੰਗਦੇ ਹਾਂ, ਆਮੀਨ ਆਮੀਨ। God bless you all friends। ਪ੍ਰਭੂ ਤੁਹਾਨੂੰ ਸ਼ਾਂਤੀ ਬਖਸ਼ਣ ਔਰ ਪ੍ਰਭੂ ਤੁਹਾਡੀ ਸੁਰੱਖਿਆ ਕਰਨ, ਕਿਉਂਕਿ ਵਚਨ 'ਚ ਲਿਖਿਆ ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਆ। ਆਪਣੀਆਂ ਸਾਰੀਆਂ ਹੀ ਕੋਸ਼ਿਸ਼ਾਂ ਉਦੋਂ ਵਿਅਰਥ ਹੋ ਜਾਂਦੀਆਂ ਜੇ ਪਰਮੇਸ਼ਵਰ ਦਾ ਮਨ ਨਾ ਹੋਏ ਮਨੁੱਖ ਨੂੰ ਬਚਾਉਣ ਦਾ। ਤਾਂ ਇਸ ਲਈ ਜ਼ਰੂਰ ਮੰਗੋ ਕਿ ਪਰਮੇਸ਼ਵਰ ਸਾਡੀ ਰਾਖੀ ਕਰਨ, ਸਾਡੇ ਦਿਲਾਂ ਦੀ, ਸਾਡੇ ਗੁਰਦਿਆਂ ਦੀ, ਸਾਡੀਆਂ ਸੋਚਾਂ ਦੀ। ਪ੍ਰਭੂ ਨੂੰ ਕਹੋ ਪ੍ਰਭੂ ਮੇਰੇ ਰੂਹ ਜਿਸਮ ਜਾਨ ਦੇ ਉੱਤੇ ਕਬਜ਼ਾ ਕਰੋ, ਤੇ ਪ੍ਰਭੂ ਮੇਰੀਆਂ ਸੋਚਾਂ ਖਿਆਲਾਂ ਦੇ ਉੱਤੇ ਵੀ ਕਬਜ਼ਾ ਕਰੋ ਕਿ ਮੈਂ ਬਚਾਇਆ ਜਾਵਾਂ, ਅਰਬ ਦੀ ਜੀਵਨ ਨੂੰ ਪ੍ਰਾਪਤ ਕਰ ਸਕਾਂ। ਜੈ ਮਸੀਹ ਦੀ ਟੂ ਆਲ ਆਫ ਯੂ।